ਵਾਹਿਗੁਰੂ ਸਾਹਿਬ ਜੀਓ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਹੋਂ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟਹੁ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਛਤਰ ਚਵਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਸਵਰੂਪ ਸਮਰੱਥ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਹਰ ਰੋਜ਼ ਦੀ ਤਰ੍ਹਾਂ ਆਪ ਜੀ ਅੱਜ ਵੀ ਬੜੇ ਪਿਆਰ ਸਹਿਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ, ਜੀਵਨ ਔਰ ਉਪਦੇਸ਼ ਆਪ ਜੀ ਸਰਵਣ ਕਰਦੇ ਆ ਰਹੇ ਹੋ। ਅੱਜ ਦੇ ਦੀਵਾਨ ਵਿੱਚ ਸਤਿਗੁਰਾਂ ਦੀ ਸ਼ਹੀਦੀ ਦੇ ਕਾਰਨ ਕੀ ਸਨ, ਜਿਵੇਂ ਕਿ ਕੱਲ੍ਹ ਵੀ ਕੁਝ ਹਿੱਸੇ ਆਪਾਂ ਵਿਚਾਰੇ। ਇਹਨਾਂ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਉਣੀ ਹੈ। ਸਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਪੰਜਵੇਂ ਥਾਂ ਤੇ ਗੁਰੂ ਸਾਹਿਬਾਨ ਦੀ ਲੜੀ ਵਿੱਚ ਆਉਂਦੇ ਨੇ।
ਇਹ ਇੱਕ ਯੁੱਗ ਪਲਟੀ ਹੈ ਉਹਨਾਂ ਦਾ ਜੀਵਨ। ਭਗਤੀ ਤੋਂ ਸ਼ਕਤੀ ਦਾ ਦਰਵਾਜ਼ਾ ਉਹਨਾਂ ਖੋਲ੍ਹਿਆ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਭਗਤੀ ਦੀ ਗੱਲ ਦ੍ਰਿੜ ਕਰਾਈ, ਸੱਚ ਦ੍ਰਿੜ ਕਰਾਇਆ, ਸੱਚ ਦੇ ਮਾਰਗ ਦੀ ਵਿਆਖਿਆ ਕੀਤੀ, ਧਰਮ ਨੂੰ ਪਲੇਟਫਾਰਮ ਦਿੱਤਾ ਜਿਹਦੇ ਉੱਤੇ ਧਰਮ ਖਲੋਂਦਾ ਹੈ, ਸੱਚ ਦੀ ਬੁਨਿਆਦ ਉਸਾਰ ਦਿੱਤੀ। ਗੁਰੂ ਅਰਜਨ ਦੇਵ ਪਾਤਸ਼ਾਹ ਉਸ ਥਾਂ ਤੇ ਖੜੇ ਨੇ ਜਿੱਥੇ ਸਿੱਖ ਜਗਤ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਭਗਤੀ ਤੋਂ ਨਿਕਲ ਕੇ ਸ਼ਕਤੀ ਵੱਲ ਨੂੰ ਰਸਤੇ ਜਾਂਦੇ ਨੇ। ਇੱਥੋਂ ਤੱਕ ਨਾਮ ਦੀ ਗੱਲ ਚੱਲੀ, ਰਬਾਬ ਦੀ ਗੱਲ ਚੱਲੀ, ਗੁਰਬਾਣੀ ਦੀ ਗੱਲ ਚੱਲੀ, ਪਰ ਹੁਣ ਰਬਾਬ ਵਿੱਚ ਕਰਵਟ ਆ ਰਹੀ ਸੀ। ਰਬਾਬ ਸਰੰਗੀ ਵਿੱਚ ਬਦਲਣ ਵਾਲੀ ਹੈ। ਜਿਹੜੀ ਦੇਗ ਹੈ ਉਹ ਜਵਾਨ ਹੋ ਕੇ ਤੇਗ ਦਾ ਰੂਪ ਧਾਰਨ ਕਰਦੀ ਜਾ ਰਹੀ। ਹੁਣ ਉਹ ਸਮਾਂ ਆ ਗਿਆ ਜਦੋਂ ਪੀਰੀ ਨੇ ਮੀਰੀ ਦਾ ਰੰਗ ਵਿਖਾਉਣ ਦੇ ਬਿਲਕੁਲ ਨੇੜੇ ਚਲੇ ਗਏ। ਤਾਂ ਸਤਿਗੁਰਾਂ ਦੇ ਕਾਰਨ ਕੀ ਸਨ? ਕਿਉਂਕਿ ਇੱਕ ਪਾਸੇ ਉਪਦੇਸ਼ ਉਹਨਾਂ ਦੇ ਬਾਣੀ ਵਿੱਚ ਪੜ੍ਹਦੇ ਹਾਂ ਤੇ ਉਪਦੇਸ਼ ਇੱਕੋ ਹੀ ਦਿੱਤਾ, ਕਹਿੰਦੇ ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਸਭ ਨੂੰ ਪਿਆਰ ਕਰੋ, ਈਰਖਾ ਨਾ ਕਰੋ। ਇਹ ਉਪਦੇਸ਼ ਸਨ, ਬੁਨਿਆਦ ਇੱਥੇ ਖੜੀ ਸੀ। ਸੰਸਾਰ ਨਾਲ ਸਾਂਝ ਪਾਉਣ ਦੀ ਜਾਚ ਦੱਸੀ ਤੇ ਨਿਰੰਕਾਰ ਨਾਲ ਸਾਂਝ ਪਾਉਣ ਦੀ ਜਾਚ ਦੱਸੀ। ਸੰਸਾਰ ਦਾ ਨਕਸ਼ਾ ਵੀ ਦੱਸਿਆ ਕਿਵੇਂ ਦਾ ਹੈ। ਸਾਹਿਬ ਦੇ ਬਚਨ ਆਉਂਦੇ ਨੇ, ਕਹਿਣ ਲੱਗੇ, ਕਿਸੇ ਨੇ ਪੁੱਛਿਆ ਮਹਾਰਾਜ ਸੰਸਾਰ ਕਿਵੇਂ ਦਾ ਹੈ? ਕਹਿੰਦੇ ਜਿਵੇਂ ਦੇ ਤੁਸੀਂ ਹੋ, ਧਿਆਨ ਦੇਣਾ। ਕਿਸੇ ਨੇ ਪੁੱਛਿਆ ਜਗਤ ਕਿਸ ਤਰ੍ਹਾਂ ਦਾ ਹੈ, ਸੰਸਾਰ ਕਿਸ ਤਰ੍ਹਾਂ ਦਾ ਹੈ, ਲੋਕ ਕਿਵੇਂ ਦੇ ਨੇ? ਸਤਿਗੁਰਾਂ ਨੇ ਜਵਾਬ ਦੋ ਟੁਕ ਛੋਟੇ ਸ਼ਬਦਾਂ ਵਿੱਚ ਦੇ ਦਿੱਤਾ। ਗੱਲ ਬੜੀ ਵੱਡੀ ਸੀ। ਕਹਿੰਦੇ ਜਿਵੇਂ ਦੇ ਤੁਸੀਂ ਉਵੇਂ ਦਾ ਤੁਹਾਡਾ ਸੰਸਾਰ ਹੋਰ ਕਿਸੇ ਪ੍ਰਕਾਰ ਦਾ ਨਹੀਂ। ਯਾਨੀ ਕਿ ਤੁਸੀਂ ਸੰਸਾਰ ਨੂੰ ਨਾ ਵੇਖੋ, ਤੁਸੀਂ ਆਪਣੇ ਆਪ ਨੂੰ ਵੇਖੋ, ਅਸੀਂ ਕਿਵੇਂ ਦੇ ਹਾਂ। ਜਿਵੇਂ ਦੇ ਅਸੀਂ ਹੋਵਾਂਗੇ ਉਵੇਂ ਦਾ ਸੰਸਾਰ ਹੋ ਜਾਏਗਾ। ਤਾਂ ਇੱਥੇ ਇੱਕ ਬੰਦੇ ਨੂੰ ਬਹੁਤ ਹੀ ਵੱਡਾ ਉਪਦੇਸ਼ ਬਖਸ਼ਿਸ਼ ਸਾਨੂੰ ਵੀ ਮਿਲਦਾ ਹੈ। ਨਹੀਂ ਤੇ ਸੰਸਾਰ ਨੂੰ ਵੇਖ ਕੇ ਅਸੀਂ ਕਹੀ ਜਾਂਦੇ ਹਾਂ ਸੰਸਾਰ ਠੀਕ ਹੈ ਕਿ ਗਲਤ ਹੈ, ਪਾਪੀ ਹੈ ਕਿ ਪੁੰਨੀ ਹੈ, ਅਪਰਾਧੀ ਹੈ ਕਿ ਦਾਨੀ ਹੈ, ਕੀ ਹੈ? ਸਤਿਗੁਰੂ ਨੇ ਇੱਕ ਉਦਾਹਰਨ ਦਿੱਤੀ। ਕਹਿਣ ਲੱਗੇ ਤੁਸੀਂ ਕਦੀ ਵੇਖਣਾ ਇੱਕ ਬੰਦੇ ਕੋਲ ਸੁੱਖ ਬੜਾ ਹੈ, ਉਹਨੂੰ ਸਾਰਾ ਸੰਸਾਰ ਵੀ ਸੁਖੀ ਦਿਸੇਗਾ। ਸੁੱਖ ਬੜਾ ਹੈ, ਸਾਰਾ ਸੰਸਾਰ ਸੁਖੀ ਦਿਸੇਗਾ। ਮਤਲਬ ਸੁੱਖ ਤਾਂ ਸੰਸਾਰ ਵਿੱਚ ਦਿਸਿਆ, ਉਹਦੇ ਕੋਲ ਆਪਣੀ ਸੁੱਖ ਸੀ। ਦੂਜਾ ਬਚਨ ਕੀਤਾ, ਕਹਿੰਦੇ ਜੇ ਕਿਸੇ ਬੰਦੇ ਨੂੰ ਸਰੀਰਕ ਰੋਗ ਜਾਂ ਕੋਈ ਹੋਰ ਰੋਗ ਵਿਆਪ ਜਾਏ, ਰੋਗ ਉਹਨੂੰ ਆਪਣੇ ਆਪ ਨੂੰ ਹੁੰਦਾ ਹੈ ਤੇ ਬਾਹਰ ਜਿੰਨੇ ਲੋਕ ਨੇ ਉਹਨੂੰ ਸਾਰੇ ਰੋਗੀ ਦਿਸਦੇ ਨੇ। ਜਿੰਨੇ ਲੋਕ ਨੇ ਸਤਿਗੁਰਾਂ ਦਾ ਬਚਨ ਤੁਸੀਂ ਪੜ੍ਹਦੇ ਹੋ, ਸਾਹਿਬ ਕਹਿੰਦੇ ਸੁਖੀਏ ਕੋ ਪੇਖੈ ਸਭ ਸੁਖੀਆ। ਜੇ ਆਪਾਂ ਸੁਖੀ ਹਾਂ, ਸੰਸਾਰ ਵੀ ਸਾਰਾ ਸੁਖੀ ਦਿਸੇਗਾ। ਜਿਵੇਂ ਦੀ ਸਾਡੀ ਅੱਖ, ਜਿਵੇਂ ਦੀ ਸਾਡੀ ਦ੍ਰਿਸ਼ਟੀ, ਜਿਵੇਂ ਦੀ ਸਾਡੀ ਨਜ਼ਰ, ਤੇ ਬੜੀ ਸੋਹਣੀ ਇਹ ਇੱਕ ਰਾਹ ਦਿੱਤਾ ਕਿ ਬੰਦਾ ਆਪਣੀ ਦ੍ਰਿਸ਼ਟੀ ਨੂੰ ਬਦਲ ਲੈ, ਸੰਸਾਰ ਬਦਲ ਜਾਏਗਾ। ਸੰਸਾਰ ਅਸੀਂ ਸਾਰੀ ਉਮਰ ਬਦਲਦੇ ਰਹੇ, ਬਦਲੇਗਾ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਦੇ ਉੱਤੇ ਬੜਾ ਕੰਮ ਕੀਤਾ ਆਪਣੇ ਆਪ ਨੂੰ ਬਦਲਣ ਤੇ। ਉਹ ਕਹਿੰਦੇ ਨੇ ਸੰਸਾਰ ਨੂੰ ਨਾ ਬਦਲੋ। ਕਿਤੇ ਨਹੀਂ ਉਹਨਾਂ ਕਿਹਾ ਪ੍ਰਿਥੀ ਚੰਦ ਨੂੰ ਤੂੰ ਬਦਲ, ਕਿਤੇ ਨਹੀਂ ਉਹਨਾਂ ਕਿਹਾ ਤੂੰ ਠੰਡਾ ਹੋ, ਬਸ ਆਪ ਠੰਡੇ ਹੋ ਗਏ। ਕਹਿੰਦੇ ਗਰਮ ਹੋਈ ਜਾ, ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਆਪ ਠੰਡੇ ਨੇ, ਥਾਂ ਤੇ ਖੜੇ ਨੇ ਆਪਣੇ। ਇੱਕ ਤੋਂ ਇੱਕ ਸਾਨੂੰ ਲੈਸਨ ਮਿਲ ਗਿਆ। ਇੱਥੋਂ ਸਾਨੂੰ ਕੰਮ ਕਰਨ ਦੀ ਸਤਿਗੁਰਾਂ ਨੇ ਇੱਕ ਸਾਧ ਸੰਗਤ ਸਬਜੈਕਟ ਦੇ ਦਿੱਤਾ ਕਿ ਸਿੱਖ ਨੇ ਕਿਹੜੀ ਚੀਜ਼ ਤੇ ਕੰਮ ਕਰਨਾ ਹੈ। ਉਹਨੇ ਆਪਣੇ ਆਪ ਨੂੰ ਠੀਕ ਕਰਨਾ ਹੈ ਗੁਰੂ ਕੇ ਸ਼ਬਦ ਦੇ ਰਾਹੀਂ। ਆਪਣੇ ਆਪ ਨੂੰ ਸੋਧਣਾ, ਦੂਜਿਆਂ ਨੂੰ ਨਹੀਂ ਸੋਧਣਾ। ਖਿਆਲ ਰੱਖੋ, ਜਦੋਂ ਅਸੀਂ ਆਪਣੇ ਆਪ ਨੂੰ ਸੋਧ ਲਵਾਂਗੇ, ਸਭ ਕੁਝ ਸੋਧਿਆ ਗਿਆ।
ਜਿੰਨਾ ਚਿਰ ਅਸੀਂ ਆਪ ਸ਼ੁੱਧ ਨਹੀਂ ਹੋਏ, ਸਾਰਾ ਸੰਸਾਰ ਸਾਧ ਸੰਗਤ ਕਿਸੇ ਨੇ ਕਿਹਾ ਹੈ ਇੱਕ ਬੰਦੇ ਨੂੰ ਸਵਰਗ ਵਿੱਚ ਸਿੱਟ ਦਿੱਤਾ ਤਰਸ ਕਰਕੇ ਧਰਮਰਾਜ ਨੇ, ਵੀ ਦੁਖੀ ਬੜਾ ਹੈ, ਆਲੇ ਦੁਆਲੇ ਸਵਰਗ ਤੇ ਆਪ ਦੁੱਖ ਦਾ ਭਰਿਆ ਹੋਇਆ, ਉੱਥੇ ਸਵਰਗ ਉਹਦਾ ਕੀ ਸਵਾਰੇਗਾ। ਗੱਲ ਬੰਦੇ ਦੇ ਆਪਣੇ ਜੀਵਨ ਤੇ ਸਤਿਗੁਰਾਂ ਨੇ ਕਿਹਾ ਖੜੀ। ਜਿੱਦਣ ਤੇਰਾ ਆਪਣਾ ਆਪ ਸੁੱਧ ਹੋ ਗਿਆ ਉਦਣ ਬਾਹਰ ਵੀ ਸੁੱਧ ਗਿਆ। ਸਾਰੀ ਜ਼ਿੰਦਗੀ ਇਹਦੇ ਤੇ ਲਾ ਦਿੱਤੀ। ਪ੍ਰਿਥੀ ਚੰਦ ਨੇ ਕਿੰਨੇ ਕੰਮ ਕੀਤੇ, ਕਿੰਨਾ ਕੁਝ ਕੀਤਾ, ਪਰ ਉਹਨਾਂ ਨੂੰ ਤਪਾ ਨਹੀਂ ਸਕੇ, ਉਹਨਾਂ ਨੂੰ ਬਦਲ ਨਹੀਂ ਸਕੇ, ਉਹਨਾਂ ਨੂੰ ਹਿਲਾ ਨਹੀਂ ਸਕੇ। ਇੰਜ ਕਹਿ ਲਈਏ ਗੁਰੂ ਅਰਜਨ ਦੇਵ ਜੀ ਨੇ ਦੋ ਉਪਦੇਸ਼ ਥੋੜ੍ਹੇ ਜਿਹਾ ਵਿਚਾਰ ਲਈਏ ਇਤਿਹਾਸ ਕਹਿਣ ਤੋਂ ਪਹਿਲਾਂ। ਇੱਕ ਕਹਿੰਦੇ ਜਿਵੇਂ ਦੇ ਤੁਸੀਂ ਸੰਸਾਰ ਨੂੰ ਵੇਖਣਾ ਚਾਹੁੰਦੇ ਉਸ ਤਰ੍ਹਾਂ ਦੇ ਹੋ ਜਾਓ। ਦੂਸਰੇ ਸਵਾਲ ਦੇ ਜਵਾਬ ਵਿੱਚ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਆਪਣੀ ਜ਼ਿੰਦਗੀ ਦੇ ਜੇ ਤੁਸੀਂ ਸੰਸਾਰ ਵਿੱਚ ਰਹਿਣਾ ਤੇ ਦੋ ਹਿੱਸੇ ਕਰ ਲਓ, ਦੋ ਹਿੱਸੇ ਬਣਾ ਲਓ। ਮਹਾਰਾਜ ਦੋ ਹਿੱਸੇ ਕਿਵੇਂ? ਸਰੀਰ ਤੇ ਇੱਕ ਹੈ, ਕਹਿੰਦੇ ਸਰੀਰ ਇੱਕ ਪਰ ਤੁਸੀਂ ਦੋ ਹੋ। ਤੁਸੀਂ ਵੇਖੋ ਦੋ ਚੀਜ਼ਾਂ, ਉਹ ਇੱਕ ਤੁਹਾਡਾ ਸਰੀਰ ਤੇ ਇੱਕ ਤੁਸੀਂ, ਇੱਕ ਤੁਹਾਡਾ ਮਨ ਤੇ ਇੱਕ ਤੁਸੀਂ ਹੋ। ਇਹ ਦੋ ਜੋ ਹਿੱਸੇ ਹੋਏ ਇਹਨਾਂ ਨੂੰ ਵੱਖਰੇ ਕਰਨ ਦੀ ਜਾਚ ਸਿੱਖ ਲਓ। ਜਦੋਂ ਤੁਸੀਂ ਇਹਨਾਂ ਨੂੰ, ਪਰ ਵੱਖਰੇ ਕਿਵੇਂ ਹੋਣ? ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੌਣ ਆ ਤੇ ਸਾਡਾ ਮਨ ਕੌਣ ਹੈ। ਅਸੀਂ ਕਈ ਵਾਰੀ ਮਨ ਨੂੰ ਰੱਬ ਸਮਝ ਲੈਂਦੇ ਹਾਂ, ਬਈ ਇਹ ਰੱਬ ਦਾ ਉਪਦੇਸ਼ ਆ ਰਿਹਾ ਸਾਡੇ ਅੰਦਰੋਂ। ਮਨ ਉਪਦੇਸ਼ ਦਿੰਦਾ, ਮਨ ਬੋਲਦਾ, ਮਨ ਕਹਿੰਦਾ ਅੰਦਰੋਂ ਇੱਧਰ ਨੂੰ ਚੱਲ। ਅਸੀਂ ਉਹਨੂੰ ਰੱਬ ਦਾ ਉਪਦੇਸ਼ ਜਾਣ ਕੇ ਉਹਨੂੰ ਕਮਾਈ ਜਾਂਦੇ, ਜ਼ਿੰਦਗੀ ਦੇ ਵਿੱਚ ਧੋਖਾ ਦੇ ਜਾਂਦਾ ਹੈ। ਸਤਿਗੁਰਾਂ ਨੇ ਬਚਨ ਕੀਤੇ, ਕਹਿੰਦੇ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ ਖਰ ਕਾ ਪੈਖਰ ਤੋ ਛੁਟੈ ਜੋ ਉਪਰ ਲਾਦਾ। ਕੌੜਾ ਬੜਾ ਹੈ। ਇਹ ਉਪਦੇਸ਼ ਬੜੇ ਕੌੜੇ ਨੇ ਜਿਹੜੇ ਮੈਂ ਹੁਣ ਤੁਹਾਡੇ ਨਾਲ ਸਾਂਝੇ ਕਰ ਰਿਹਾ, ਕਿਉਂਕਿ ਬੰਦੇ ਨੂੰ ਉਥਲ ਪੁਥਲ ਕਰਦੇ ਨੇ, ਉਹਦੇ ਕਈ ਸਾਲਾਂ ਦੀ ਬਣਾਈ ਧਾਰਨਾ ਨੂੰ ਤੋੜਦੇ ਨੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਮਿੱਠੇ ਮਿੱਠੇ ਉਪਦੇਸ਼ ਵੀ ਨੇ ਤੇ ਕੌੜੇ ਵੀ ਨੇ। ਕੌੜਿਆਂ ਨੂੰ ਅਸੀਂ ਪਾਸੇ ਕਰ ਦਿੱਤਾ, ਮਿੱਠੇ ਸੁਣਾ ਸੁਣਾ ਕੇ ਲੋਕਾਂ ਨੂੰ ਪਿੱਛੇ ਲਾਈ ਫਿਰਨੇ ਆ। ਗਲਤੀ ਤਾਂ ਨਹੀਂ ਕਰ ਰਹੇ ਕਿਤੇ। ਸਤਿਗੁਰੂ ਨੇ ਕਿਹਾ ਤੂੰ ਵੇਖ, ਪੂਰੇ ਗੁਰੂ ਨੇ ਤੈਨੂੰ ਸਮਝਾਇਆ ਕੀ, ਉਹਨੂੰ ਚੰਗੀ ਤਰ੍ਹਾਂ ਪੱਲੇ ਬੰਨ੍ਹ। ਜੇ ਤੂੰ ਮਿੱਠੇ ਤੇ ਨਿਰਭਰ ਰਿਹਾ ਤੇ ਰੋਗ ਨਹੀਂ ਹਟਣਗੇ। ਤੂੰ ਕੁਝ ਨਾ ਕੁਝ ਕੌੜਾ ਵੀ ਗੁਰੂ ਕੋਲੋਂ ਲੈ। ਜਿਹੜੀ ਕੌੜੀਆਂ ਗੱਲਾਂ ਸਤਿਗੁਰੂ ਨੇ ਕਹੀਆਂ ਨੇ ਉਹਨਾਂ ਨੂੰ ਵੀ ਧਾਰਨ ਕਰਨਾ ਤਾਂ ਰੋਗ ਹਟਣਗੇ। ਤਾਂ ਸਤਿਗੁਰੂ ਨੇ ਕਿਹਾ ਮਨ ਹੈ ਖੋਤੇ ਵਰਗਾ, ਖੁਟਹਰ ਦਾ ਅਰਥ ਹੈ ਗਧਾ। ਸਾਹਿਬ ਕਹਿੰਦੇ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੇਰਾ ਕੋਈ ਵਿਸ਼ਵਾਸ ਨਹੀਂ। ਇਹਦਾ ਸਾਧ ਸੰਗਤ ਤੇ ਇੰਨਾ ਵਿਸ਼ਵਾਸ ਨਹੀਂ, ਜੇ ਇੱਥੇ ਬੈਠੇ ਆ ਨਾ ਹੁਣੇ ਵਿੱਚੋਂ ਬੋਲ ਪਵੇ ਕੀ ਇਹ ਕਥਾ ਰੋਜ਼ ਹੀ ਸੁਣੀ ਦੀ, ਛੱਡੋ ਪਰ ਕੋਈ ਗੱਲ ਨਹੀਂ, ਚੱਲੀਏ। ਇੱਥੋਂ ਨਿਕਲੇਗਾ ਬਈ ਗੱਲ ਤਾਂ ਐਵੇਂ, ਚਲੋ ਇਹ ਤੇ ਕੁਝ ਵੀ ਨਹੀਂ, ਮੰਨ ਲੈਂਦੇ ਆ ਇਹ ਤੇ ਗੱਲਾਂ ਹੀ ਨੇ ਤੇ ਕੁਝ ਵੀ ਨਹੀਂ। ਪਰ ਸਵਾਲ ਖੜਾ ਹੁੰਦਾ ਇੱਥੇ, ਇਹ ਛੋਟੀ ਗੱਲ ਛੱਡ ਕੇ ਬਾਹਰ ਕਿਹੜਾ ਬ੍ਰਹਮ ਗਿਆਨ ਪੈਦਾ ਹੋ ਜਾਣਾ ਜਾ ਕੇ। ਉੱਥੇ ਵੀ ਅਸਾਂ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੈ, ਉੱਥੇ ਵੀ ਇਹ ਕੁਝ ਹੀ ਹੋਣਾ ਹੈ। ਪਰ ਕਰੀਏ ਕਿ ਮਨ ਦੇ ਧੋਖੇ ਦੇਣ ਦੇ ਰਾਹ ਹੀ ਬੜੇ ਨੇ, ਤਰੀਕੇ ਬੜੇ ਨੇ। ਉਹ ਕਹੇਗਾ ਕੋਈ ਗੱਲ ਨਹੀਂ, ਉਹ ਹੀ ਗੱਲਾਂ ਨੇ ਜਿਹੜੀਆਂ ਪਹਿਲਾਂ ਬੜੀ ਵਾਰੀ ਅਸੀਂ ਸੋਚਨੇ ਆ ਮੇਰੀਆਂ ਗੱਲਾਂ ਨੇ। ਮੇਰੀਆਂ ਨਹੀਂ, ਇਹ ਵਿੱਚ ਮਨ ਦੀਆਂ ਗੱਲਾਂ ਨੇ। ਸਾਹਿਬ ਨੇ ਕਿਹਾ ਜਿੱਦਣ ਤੂੰ ਇਹਦੀ ਆਵਾਜ਼ ਪਹਿਚਾਨ ਲਈ ਉਦਣ ਤੈਨੂੰ ਸਮਝ ਆ ਜਾਏਗੀ। ਤੇ ਜਿੰਨਾ ਚਿਰ ਸਿੱਖ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ ਉਹਦੇ ਦੋ ਭਾਗ ਨਹੀਂ ਹੁੰਦੇ। ਮਨ ਵੱਖਰਾ ਨਹੀਂ ਹੁੰਦਾ ਤੇ ਆਪਣਾ ਆਪ ਵੱਖਰਾ ਨਹੀਂ ਹੁੰਦਾ। ਹੰਸ ਬਿਰਤੀ ਸਤਿਗੁਰੂ ਨੇ ਕਹੀ ਹੈ ਬਾਣੀ ਦੇ ਵਿੱਚ। ਹੰਸ ਬਿਰਤੀ ਕਿਹਨੂੰ ਕਹਿੰਦੇ ਨੇ? ਹੰਸ ਬਿਰਤੀ ਸਾਡੇ ਵਿੱਚ ਹੈ। ਹੰਸ ਦੇ ਵਿੱਚ ਗੁਣ ਦੱਸਿਆ, ਉਹ ਦੁੱਧ ਵਿੱਚ ਚਿੰਝ ਪਾਏ ਤੇ ਪਾਣੀ ਵੱਖਰਾ ਕਰ ਦਿੰਦਾ, ਦੁੱਧ ਵੱਖਰਾ, ਦੋਵੇਂ ਅਲੱਗ ਅਲੱਗ ਕਰ ਦਿੰਦੇ ਨੇ। ਜਿੱਦਣ ਗੁਰੂ ਦੀ ਕਿਰਪਾ ਹੋਵੇ ਤੇ ਸਤਿਗੁਰੂ ਕਹਿੰਦੇ ਬੰਦੇ ਦੇ ਮਨ ਵਿੱਚ ਹੰਸ ਬਿਰਤੀ ਆ ਜਾਂਦੀ ਹੈ। ਉਹ ਆਪਣੇ ਅੰਦਰ ਵਰਤਦੀਆਂ ਘਟਨਾਵਾਂ ਨੂੰ, ਵਰਤਦੇ ਵਿਚਾਰਾਂ ਨੂੰ ਵੇਖ ਲੈਂਦਾ ਹੈ ਕਿ ਮਨ ਦੇ ਵਿਚਾਰ ਕਿਹੜੇ ਨੇ ਤੇ ਮੇਰੇ ਕਿਹੜੇ ਨੇ, ਵਿੱਚੋਂ ਚੁਣਨ ਲੱਗ ਪੈਂਦਾ ਹੈ। ਉਹਦੇ ਵਿੱਚ ਚੋਣ ਕਰਨ ਦੀ ਸਮਰੱਥਾ ਆ ਜਾਂਦੀ ਏ। ਤੇ ਦੂਜੀਆਂ ਜਿਹੜੀਆਂ, ਤਾਂ ਹੀ ਕਬੀਰ ਜੀ ਨੇ ਕਿਹਾ ਬੰਦੇ ਦੇ ਵਿੱਚ ਦੋ ਚੀਜ਼ਾਂ ਨੇ। ਜਿਵੇਂ ਦਹੀਂ ਹੁੰਦਾ ਨਾ, ਦਹੀਂ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਸਾਧ ਸੰਗਤ। ਪਹਿਲਾਂ ਦਹੀਂ ਇਕੱਠਾ ਹੈ, ਹੁਣ ਸਾਨੂੰ ਪਤਾ ਲੱਗਦਾ ਵੀ ਇਹ ਕਿਹੜੀ ਕਥਾ, ਇਹਦੇ ਵਿਦਾਂਤ ਤੇ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਗੱਲਾਂ ਲਿਖੀਆਂ ਨੇ।
ਹੁਣ ਸਾਨੂੰ ਲੱਗਦਾ ਅਸੀਂ ਸਾਰੇ ਇਕੱਠੇ ਹੀ ਹਾਂ, ਆਪਣਾ ਆਪ ਹੀ ਸਾਡਾ, ਜਿਵੇਂ ਦਹੀਂ ਹੁੰਦਾ ਹੈ। ਕਬੀਰ ਜੀ ਕਹਿੰਦੇ ਜਦੋਂ ਦਹੀਂ ਨੂੰ ਰਿੜਕਿਆ ਜਾਏ ਤੇ ਦਹੀਂ ਜਦੋਂ ਰਿੜਕੀਏ ਇੱਕ ਤੋਂ ਦੋ ਚੀਜ਼ਾਂ ਹੋ ਜਾਂਦੀਆਂ ਨੇ, ਲੱਸੀ ਤੇ ਮੱਖਣ। ਮੱਖਣ ਉੱਤੇ ਆ ਜਾਂਦਾ, ਲੱਸੀ ਥੱਲੇ ਰਹਿ ਜਾਂਦੀ। ਉਦੋਂ ਫਿਰ ਜਦੋਂ ਮੱਖਣ ਵੱਖਰਾ ਹੋ ਗਿਆ ਤੇ ਲੱਸੀ ਵੱਖਰੀ ਹੋ ਗਈ, ਉਦੋਂ ਸਾਨੂੰ ਪਤਾ ਲੱਗ ਜਾਂਦਾ। ਮੱਖਣ ਕੱਢ ਲੈਂਦੇ ਆ ਇੱਕ ਸਾਈਡ ਤੇ, ਲੱਸੀ ਦੀ ਵਰਤੋਂ ਜਿੰਨੀ ਕੁ ਲੋੜ ਹੈ ਉਨੀ ਕਰੀ ਦੀ ਹੈ, ਬਾਕੀ ਡੋਲ ਦਿੰਦਾ ਬੰਦਾ। ਮਨ ਕੀ ਹੈ, ਜੀਵਨ ਕੀ ਹੈ, ਦਹੀਂ ਵਰਗਾ ਹੈ। ਜਦੋਂ ਇਹਦੇ ਵਿੱਚ ਨਾਮ ਦੀ, ਗੁਰੂ ਉਪਦੇਸ਼ ਦੀ ਮਧਾਣੀ ਪਾਈ ਜਾਏ, ਇਹਦੇ ਵਿੱਚ ਆਤਮਾ ਦੇ, ਪਰਮਾਤਮਾ ਦੇ, ਗੁਰੂ ਦੇ ਉਪਦੇਸ਼ ਵੱਖਰੇ ਹੋ ਜਾਂਦੇ ਨੇ ਤੇ ਮਨ ਦੇ ਉਪਦੇਸ਼ ਵੱਖਰੇ ਹੋ ਜਾਂਦੇ ਨੇ। ਪਤਾ ਲੱਗ ਜਾਂਦਾ ਲੱਸੀ ਕਿਹੜੀ ਤੇ ਮੱਖਣ ਕਿਹੜਾ ਹੈ। ਇਹ ਕਿਹਨੂੰ ਪਤਾ ਲੱਗਦਾ ਹੈ? ਕਬੀਰ ਜੀ ਨੇ ਬਚਨ ਕੀਤੇ, ਕਹਿੰਦੇ ਸੰਤੋ ਮੱਖਣ ਖਾਇਆ, ਛਾਛ ਪੀਐ ਸੰਸਾਰ। ਸੰਸਾਰ ਦੇ ਲੋਕੀ ਛਾਛ ਦੇ ਅਰਥ ਨੇ ਲੱਸੀ ਪੀਂਦੇ ਰਹਿੰਦੇ ਨੇ, ਅੰਦਰੋਂ ਵਿਚਾਰਾਂ ਆਉਂਦੀਆਂ ਰਹਿੰਦੀਆਂ ਨੇ, ਖੋਪਰੀ ਵਿੱਚ ਵੜਦੀਆਂ ਰਹਿੰਦੀਆਂ ਨੇ, ਉਹਨਾਂ ਅਨੁਸਾਰ ਜੀਵੀ ਜਾਂਦੇ ਨੇ। ਉਹ ਸਾਧ ਸੰਗਤ ਅਸੀਂ ਬੰਦ ਨਹੀਂ ਕਰਦੇ, ਉਹਨਾਂ ਨੂੰ ਮਨ ਦੇ ਆਧਾਰ ਤੇ ਜਿਉਂਦੇ ਰਹਿੰਦੇ ਆ। ਤੇ ਫਿਰ ਇੱਕ ਦਿਨ ਮਨ ਜਦੋਂ ਸਰੀਰ ਦਾ ਅੰਤ ਹੁੰਦਾ ਹੈ ਤੇ ਮਨ ਹੱਸ ਕੇ ਵਿਖਾ ਦਿੰਦਾ, ਉਹ ਕਹਿੰਦਾ ਸਾਡਾ ਲੈਣਾ ਦੇਣਾ ਇੱਥੋਂ ਤੱਕ ਸੀ, ਹੁਣ ਜੋ ਕੋਈ ਕੀਤਾ ਤੂੰ ਇਹਦਾ ਹਿਸਾਬ ਤੂੰ ਅੱਗੇ ਭੁਗਤੀ। ਕਬੀਰ ਜੀ ਨੇ ਬਚਨ ਕੀਤੇ, ਕਹਿੰਦੇ ਪੰਚ ਕਿਰਸਾਨ ਵਾ ਭਾਗ ਗਏ, ਲੈ ਬੰਦਿਓ ਜਿਉ ਦਰਬਾਰੀ, ਉਥੇ ਘੜੀ ਘੜੀ ਕਾ ਲੇਖਾ ਮੰਗੈ, ਕਾਇਥ ਚੇਤੂ ਨਾਉ। ਇਹ ਗੱਲ ਸਤਿਗੁਰਾਂ ਨੇ ਦਰਸਾਈ। ਕਹਿੰਦੇ ਤੂੰ ਮਨ ਨੂੰ ਵੱਖਰਾ ਵੇਖ, ਇਹਦਾ ਵਿਸ਼ਵਾਸ ਕੋਈ ਨਹੀਂ। ਜਿਹੜੇ ਗੁਰਮੁਖਾਂ ਨੂੰ ਇਹ ਪਤਾ ਲੱਗਾ, ਸਾਹਿਬ ਕਹਿੰਦੇ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈ ਖਰ ਤੋ ਛੁਟੈ, ਜੋ ਉਪਰ ਲਾਦਾ। ਜਦੋਂ ਦੋ ਅਵਸਥਾ ਹੋ ਗਈਆਂ, ਗੁਰੂ ਅਰਜਨ ਦੇਵ ਜੀ ਦੇ ਦੋ ਉਪਦੇਸ਼ ਮੈਂ ਪਹਿਲਾਂ ਇਤਿਹਾਸ ਤੋਂ ਸਾਂਝੇ ਕਰਨੇ ਨੇ ਆਪ ਜੀ ਨਾਲ। ਪਹਿਲਾ ਕਿਹਾ ਸੀ ਸਾਧ ਸੰਗਤ, ਇੱਕ ਉਪਦੇਸ਼ ਮਨ ਨੂੰ ਵੱਖਰਾ ਕਰ ਲਈਏ ਤੇ ਆਪਣੇ ਆਪ ਨੂੰ ਵੱਖਰਾ ਪਤਾ ਲੱਗ ਜਾਏ। ਮਨ ਕਿਆ ਕਹਿਤਾ, ਹਉ ਕਿਆ ਕਹਿਤਾ, ਇਹ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਮਨ ਕਿਆ ਕਹਿਤਾ, ਹਉ ਕਿਆ ਕਹਿਤਾ, ਪਤਾ ਲੱਗ ਜਾਏ ਮੈਂ ਕੀ ਕਹਿ ਰਿਹਾ ਤੇ ਮਨ ਕੀ। ਇੱਕ ਇਹ ਉਪਦੇਸ਼ ਉਹਨਾਂ ਨੇ ਦਿੱਤਾ। ਤੇ ਦੂਜਾ ਉਪਦੇਸ਼ ਗੁਰੂ ਕੇ ਸਵਾਰਿਓ, ਉਹਨਾਂ ਨੇ ਆਪਣੇ ਆਪ ਨੂੰ ਪਹਿਚਾਨਣ ਲਈ ਨਜ਼ਰ ਬਦਲਣ ਦੀ ਗੱਲ ਕੀਤੀ। ਜੇ ਦ੍ਰਿਸ਼ਟੀ ਬਦਲੇਗਾ ਤਾਂ ਸਾਰਾ ਕੁਝ ਬਦਲ ਜਾਏਗਾ। ਦੂਜਿਆਂ ਨੂੰ ਨਾ ਬਦਲ, ਆਪਣੇ ਆਪ ਨੂੰ ਬਦਲ। ਇੱਕ ਉਪਦੇਸ਼। ਦੂਜਾ, ਆਪਣੇ ਮਨ ਨੂੰ ਵੱਖਰਾ ਕਰਕੇ ਵੇਖ, ਜ਼ਿੰਦਗੀ ਦੇ ਦੋ ਹਿੱਸੇ ਹੋ ਜਾਣਗੇ। ਇੱਕ ਹਿੱਸਾ ਬਾਹਰ ਬੋਲਦਾ ਰਹੇਗਾ, ਇੱਕ ਅੰਦਰ ਜੁੜਿਆ ਰਹੇਗਾ। ਬੜੀ ਵੱਡੀ ਦਸ਼ਾ ਹੈ। ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਨੇ ਬਾਣੀ ਵਿੱਚ, ਗੁਰੂ ਅਰਜਨ ਦੇਵ ਜੀ ਦੇ ਬਚਨ ਹਨ। ਕਹਿੰਦੇ ਮੁਖ ਕੀ ਬਾਤ ਸਗਲ ਸਿਉ ਕਰਤਾ, ਮੂੰਹ ਤੋਂ ਬਾਹਰ ਬੋਲੀ ਜਾਂਦਾ, ਅੱਖਾਂ ਤੋਂ ਬਾਹਰ ਵੇਖੀ ਜਾਂਦਾ ਹੈ, ਬਾਹਰ ਹੱਥਾਂ ਨਾਲ ਕੰਮ ਕਰੀ ਜਾਂਦਾ ਹੈ, ਪੈਰਾਂ ਨਾਲ ਤੁਰੀ ਜਾਂਦਾ। ਇਹ ਅਵਸਥਾ ਹੈ ਗੁਰੂ ਦੀ ਕਿਰਪਾ ਦੁਆਰਾ। ਸਾਹਿਬ ਕਹਿੰਦੇ ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਅੰਦਰ ਇੱਕ ਚੀਜ਼ ਵੱਖਰੀ ਹੋ ਗਈ, ਉਹ ਰੱਬ ਨਾਲ ਜੁੜੀ ਰਹੀ। ਉੱਥੇ ਉਹਦੇ ਨਾਲ ਗੱਲ ਚੱਲਦੀ ਏ, ਬਾਹਰਲੇ ਪਾਸੇ ਸੰਸਾਰ ਨਾਲ ਗੱਲ ਚਲੀ ਜਾਂਦੀ ਏ। ਉਸ ਵੇਲੇ ਫਿਰ ਜੀਵਨ ਸਾਧ ਸੰਗਤ ਸਫਲ ਹੋ ਗਿਆ। ਉਸ ਵੇਲੇ ਸਮਾਂ ਵੀ ਸਫਲ ਹੋਣ ਲੱਗ ਪਿਆ। ਉਹਨੂੰ ਕਹਿੰਦੇ ਨੇ ਹੁਣ ਇਸ ਗੁਰਸਿੱਖ ਦਾ ਇੱਕ ਮਿੰਟ ਵੀ ਜਿਹੜਾ ਅਜਾਈ ਨਹੀਂ ਜਾ ਰਿਹਾ, ਸਾਰਾ ਕੁਝ ਲੇਖੇ ਲੱਗੀ ਜਾਂਦਾ ਹੈ। ਜੇ ਉਹ ਜਾਗਦਾ ਹੈ, ਸੌਂਦਾ ਹੈ, ਕੰਮ ਕਰਦਾ ਹੈ, ਬੋਲਦਾ ਹੈ, ਖਾਂਦਾ ਪੀਂਦਾ ਹੈ, ਉਹਦੇ ਕਰਮਾਂ ਦਾ ਕੋਈ ਬੈਕ ਪ੍ਰੈਸ਼ਰ ਨਹੀਂ ਉਹਦੇ ਜੀਵਨ ਤੇ, ਵਾਪਸੀ ਅਸਰ ਨਹੀਂ। ਇਸ ਨੂੰ ਸਾਹਿਬ ਨੇ ਕਿਹਾ ਕਰਮ ਕਰਤ ਹੋਵੈ ਨਿਹ ਕਰਮ। ਸੁਖਮਣੀ ਸਾਹਿਬ ਕਰਮ ਬਾਹਰ ਕਰਦਾ ਹੈ, ਆਪ ਨਿਹ ਕਰਮ ਰਹਿੰਦਾ। ਪਾਣੀ ਤੇ ਬਾਹਰ ਛੱਲਾਂ ਆਉਂਦੀਆਂ ਨੇ, ਵਿੱਚ ਪਾਣੀ ਖੜਾ ਰਹਿੰਦਾ, ਉੱਥੇ ਕੋਈ ਪਤਾ ਨਹੀਂ ਬਾਹਰ ਕੀ ਹੋ ਰਿਹਾ। ਇਸੇ ਨੂੰ ਕਹਿ ਰਹੇ, ਕਹਿੰਦੇ ਕਰਮ ਕਰਤ ਹੋਵੈ ਨਿਹ ਕਰਮ। ਕਰਮ ਕਰਦਾ ਹੈ, ਚੰਗਾ ਕਰਮ ਕਰਦਾ ਹੈ, ਅੰਦਰ ਪਤਾ ਵੀ ਨਹੀਂ ਮੈਂ ਕਰ ਰਿਹਾ ਕਿ ਨਹੀਂ, ਪਤਾ ਨਹੀਂ ਕੌਣ ਕਰੀ ਜਾਂਦਾ ਹੈ। ਵਿੱਚ ਕੋਈ ਵਰਤ ਰਿਹਾ, ਰੱਬ ਨੂੰ ਵੇਖ ਲੈਂਦਾ ਆਪਣੇ ਵਿੱਚੋਂ ਵਰਤਦਿਆਂ। ਉਹ ਚੰਗਾ ਕੰਮ ਕਰੇਗਾ, ਉਹਨੂੰ ਪਤਾ ਹੀ ਨਹੀਂ ਲੱਗੇਗਾ ਮੈਂ ਕੀਤਾ ਹੈ। ਤੇ ਜਦੋਂ ਮੈਂ ਨਹੀਂ ਕੀਤਾ ਤੇ ਨਾ ਹੰਕਾਰ ਬਣਿਆ, ਨਾ ਮੈਲ ਇਕੱਠੀ ਹੋਈ।
ਇਹ ਸੁਖਮਣੀ ਸਾਹਿਬ ਵਿੱਚ ਉਪਦੇਸ਼ ਦਿੱਤੇ, ਕਰਮ ਕਰਤ ਹੋਵੈ ਨੇਹ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਉਹਦਾ ਧਰਮ ਜਿਹੜਾ ਨਿਰਮਲ ਹੋ ਗਿਆ, ਮੈਲ ਤੋਂ ਰਹਿਤ। ਫਿਰ ਕਹਿੰਦੇ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਇੱਛਾ ਕੋਈ ਨਹੀਂ, ਕੰਮ ਕਰੀ ਜਾਂਦਾ ਹੈ, ਪਾਠ ਕਰਦਾ, ਕੀਰਤਨ ਕਰਦਾ, ਸੁਣਦਾ, ਗੁਰਬਾਣੀ ਪੜ੍ਹਦਾ, ਸੇਵਾ ਕਰਦਾ, ਖੇਡ ਰਿਹਾ ਜਿਵੇਂ ਬੱਚੇ ਖੇਡਦੇ ਨੇ, ਕੋਈ ਪ੍ਰਯੋਜਨ ਨਹੀਂ। ਗੁਰੂ ਅਰਜਨ ਦੇਵ ਜੀ ਦਾ ਇੱਕ ਹੋਰ ਬਚਨ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਪਾਇਓ ਬਾਲ ਬੁੱਧ ਸੁਖਰੇ। ਕਹਿੰਦੇ ਜ਼ਿੰਦਗੀ ਬੱਚਿਆਂ ਵਰਗੀ ਹੋ ਗਈ, ਬੱਚੇ ਖੇਡਦੇ ਨੇ, ਘਰ ਬਣਾਉਂਦੇ ਨੇ, ਢਾਹ ਦਿੰਦੇ, ਕੋਈ ਪਤਾ ਨਹੀਂ ਬਾਹਰ ਕੀ ਹੋ ਰਿਹਾ। ਬੱਚਿਆਂ ਨੂੰ ਕੋਈ ਪਤਾ ਨਹੀਂ ਅੱਜ ਕਿੰਨਾ ਲਾਭ ਹੋਇਆ ਤੇ ਕਿੰਨੀ ਹਾਨੀ ਹੋਈ ਹੈ। ਉਹਨਾਂ ਨੂੰ ਕੋਈ ਪਤਾ ਨਹੀਂ ਕੱਲ੍ਹ ਕੀ ਹੋਵੇਗਾ ਕਿ ਪਰਸੋਂ ਕੀ ਹੋਵੇਗਾ। ਇਹ ਜ਼ਿੰਦਗੀ ਦੱਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਔਰ ਚਿੰਤਾ ਤੋਂ ਰਹਿਤ ਕਰ ਦਿੱਤਾ। ਤੇ ਸਾਡੇ ਲਈ ਇੱਕ ਸ਼ਬਦ ਦਿੱਤਾ ਜਿਹੜਾ ਸਭ ਤੋਂ ਵੱਡਾ ਰੋਗ ਸਾਨੂੰ ਸਤਾਉਂਦਾ, ਚਿੰਤਾ। ਕੀ ਹੋਵੇਗਾ, ਕਿਵੇਂ ਕਰਾਂਗੇ, ਕਿਵੇਂ ਚੱਲੇਗਾ। ਸਾਹਿਬ ਨੇ ਉਹਦਾ ਹੱਲ ਰੋਜ਼ ਕਰ ਦਿੱਤਾ। ਸਾਹਿਬ ਕਹਿੰਦੇ ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਉ ਪਰਿਆ। ਹੇ ਮੇਰੇ ਮਨ, ਤੂੰ ਕਿਉਂ ਫਿਕਰ ਕਰਨਾ ਹੈ? ਤੇਰੇ ਰੱਬ ਨੂੰ ਤੇਰਾ ਫਿਕਰ ਪਿਆ ਹੀ ਹੋਇਆ ਹੈ, ਉਹਨੇ ਤੈਨੂੰ ਪੈਦਾ ਕੀਤਾ। ਸਾਹਿਬ ਕਹਿੰਦੇ ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾਰਜਿਕ ਆਗੈ ਕਰ ਤਰਿਆ। ਇਹ ਉਪਦੇਸ਼ ਦਿੱਤਾ, ਬੇਚਿੰਤਤਾਈ ਦੇ ਦਿੱਤੀ, ਸਿੱਖ ਦੀ ਝੋਲੀ ਵਿੱਚ ਪਾ ਦਿੱਤੀ। ਸਮਝਾਇਆ ਇਸ ਭਟਕਦੇ ਮਨ ਨੂੰ, ਕਹਿੰਦੇ ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇਹ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਦਗਾਰ। ਫਿਰ ਅਸੀਂ ਵੀ ਕੁਝ ਕਰੀਏ। ਇੱਥੇ ਆ ਕੇ ਬੰਦਾ ਇੱਕ ਚੀਜ਼ ਲੱਭ ਲੈਂਦਾ। ਸਾਧ ਸੰਗਤ ਕਹਿੰਦੇ ਨੇ ਰੱਬ ਬੰਦੇ ਨੂੰ ਬਣਾ ਤੇ ਬੈਠਾ, ਬਣਾਉਣ ਤੋਂ ਬਾਅਦ ਉਹਨੂੰ ਚਿੰਤਾ ਬੜੀ ਵੱਡੀ ਪੈ ਗਈ। ਜੂਨੀਆਂ ਬੜੀਆਂ ਬਣਾਈਆਂ, ਉਹਨੇ ਵੇਖਿਆ ਵੀ ਸ਼ਾਤਰ ਬੜਾ ਹੈ, ਚਲਾਕ ਬੜਾ ਹੈ, ਗੱਲ ਵਿੱਚੋਂ ਗੱਲ ਕੱਢ ਲੈਂਦਾ। ਉਹ ਨਾ ਹੋਵੇ ਕਿਤੇ ਮੈਨੂੰ ਹੀ ਨਾ ਆ ਕੇ ਰੱਸੀ ਪਾ ਲਵੇ। ਇਸ ਚਿੰਤਾ ਵਿੱਚ ਕਹਿੰਦੇ ਰੱਬ ਪੈ ਗਿਆ। ਉਹਨੇ ਹੁਣ ਸੋਚਿਆ ਬਣਾ ਤੇ ਬੈਠਾ, ਹੁਣ ਇਹਦੇ ਤੋਂ ਲੁਕਾਂ ਕਿੱਥੇ, ਕਿਉਂਕਿ ਬੜਾ ਚਲਾਕ ਕਿਉਂ? ਮੈਂ ਹੁਣੇ ਸ਼ਬਦ ਪੜ੍ਹਿਆ, ਉਹਦੇ ਵਿੱਚ ਕਿਹਾ ਗਿਆ ਵੀ ਤੈਨੂੰ ਕੋਈ ਚਿੰਤਾ ਨਹੀਂ, ਤੂੰ ਕੋਈ ਪਰਵਾਹ ਨਾ ਕਰ। ਗੁਰੂ ਅਰਜਨ ਦੇਵ ਜੀ ਨੇ ਵੇਖਿਆ ਵੀ ਇਹ ਉਪਦੇਸ਼ ਦੇ ਦਿੱਤੇ ਨੇ ਤੇ ਲੈ ਕੇ ਕੰਬਲ ਸੌਂ ਜਾਣਾ। ਕਹਿੰਦੇ ਕਰਨਾ ਹੀ ਕੁਝ ਨਹੀਂ, ਆਪੇ ਰੱਬ ਕਰੇਗਾ। ਇਹਨੇ ਆਰਾਮ ਕਰਨ ਲੱਗ ਪੈਣਾ, ਲੱਭ ਲੈਣੀ ਇਹਨੇ ਚੀਜ਼ ਵਿੱਚੋਂ। ਉਸੇ ਸ਼ਬਦ ਵਿੱਚ ਕਹਿ ਦਿੱਤਾ, ਕਰ ਬੰਦੇ ਤੂੰ ਬੰਦਗੀ, ਤੇਰੇ ਕਰਨ ਵਾਸਤੇ ਵੀ ਕੁਝ ਹੈ। ਤੂੰ ਇਸ ਧੋਖੇ ਵਿੱਚ ਨਾ ਜਾਈ, ਕਿਤੇ ਜ਼ਿੰਦਗੀ ਆਪਣੀ ਖਰਾਬ ਨਾ ਕਰ ਲਈ। ਮੈਂ ਕੁਝ ਨਹੀਂ ਕਰਨਾ, ਹੈ ਤੇਰੇ ਲਈ, ਤੂੰ ਕੀ ਕਰਨਾ ਹੈ? ਕਹਿੰਦੇ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹੋ। ਇਹਦੇ ਕਰਨ ਲਈ ਵੀ ਦੇ ਦਿੱਤਾ ਕੰਮ, ਤੂੰ ਇਹ ਕਰੀ ਜਾਣਾ ਤੇ ਆਪੇ ਉਹਦੇ ਤੇ ਆਸਰਾ ਰੱਖਣਾ। ਮੈਂ ਗੱਲ ਕਰ ਰਿਹਾ ਸੀ, ਰੱਬ ਨੇ ਵੇਖਿਆ ਬੰਦਾ ਬਣਾ ਤੇ ਦਿੱਤਾ ਹੈ, ਚਲਾਕ ਬੜਾ ਹੈ, ਸ਼ਾਤਰ ਦਿਮਾਗ ਬੜਾ ਹੈ। ਹੁਣ ਇਹਦੇ ਤੋਂ ਬਚੀਏ ਕਿਵੇਂ? ਉੱਚਾ ਕਿਤੇ ਆਕਾਸ਼ ਵਿੱਚ ਕੋਠਾ ਬਣਾਈਏ, ਸੱਚਖੰਡ, ਕਿਤੇ ਉੱਥੇ ਪਹੁੰਚ ਨਾ ਸਕੇਗਾ? ਨਹੀਂ, ਸਭ ਥਾਵਾਂ ਤੇ ਇਹਨੇ ਪਹੁੰਚ ਜਾਣਾ, ਕੁਝ ਨਹੀਂ ਇਹਨੇ ਛੱਡਣਾ। ਪਰ ਰੱਬ ਬੰਦੇ ਤੋਂ ਬਹੁਤ ਸਿਆਣਾ ਹੈ, ਖਿਆਲ ਕਰਨਾ, ਬੜਾ ਸਿਆਣਾ। ਉਹਨੇ ਇੱਕ ਸਿਆਣਪ ਵਰਤ ਲਈ। ਉਹਨੇ ਵੇਖਿਆ ਇਹਨੂੰ ਸਾਰੀ ਦੁਨੀਆ ਦਾ ਪਤਾ ਲੱਗ ਜਾਣਾ, ਬਸ ਆਪਣੇ ਆਪ ਦਾ ਹੀ ਨਹੀਂ ਪਤਾ ਲੱਗਣਾ। ਇਹਨੇ ਸਭ ਕੁਝ ਬਾਹਰ ਵੇਖ ਲੈਣਾ, ਇਹਨੇ ਆਪਣੇ ਆਪ ਨੂੰ ਨਹੀਂ ਵੇਖਣਾ। ਇਸ ਕਰਕੇ ਕਹਿੰਦੇ ਉਦੋਂ ਦਾ ਬੰਦੇ ਦੇ ਵਿੱਚ ਲੁੱਕ ਕੇ ਬਹਿ ਗਿਆ। ਇਹ ਉਹਨੂੰ ਵੀ ਸਾਰਿਆਂ ਥਾਵਾਂ ਤੇ ਲੱਭੀ ਜਾਂਦਾ ਹੈ, ਆਪਣੇ ਆਪ ਵਿੱਚੋਂ ਕੋਈ ਨਹੀਂ ਲੱਭਦਾ। ਉਦੋਂ ਦਾ ਇੱਥੇ ਬੈਠਾ ਹੋਇਆ, ਅਸੀਂ ਸਭ ਥਾਂ ਤੇ ਲੱਭਣਿਆ ਉਹਨੂੰ।
बस अपने आप विचों नहीं लभदे, पता भी है। किसी ने कहा सी बाहरों क्यों लभदे हो, बाहर ढूंढत बहुत दुख पावत। उन्हें कहा मैनू पता है विच रहिंदा, मैं उन्होंने मिलना ही कोई नहीं, इसलिए बाहर लभदा फिरना। कौन मिले रब नूं, सुभाव बदलदा हैगा जे मिले ते, होर कुछ नहीं ध्यान देना। साध संग बंदा रब तो क्यों बचदा है, बंदे दे सुभाव विच तब्दीली आउंदी उन्होंने मिलिया, उस तरह का हो जाता। खैर मैं इतिहास वाल आउण दा यतन करां, विचारां बहुत ने जिन्नियां गुरबाणी विच अथा सतगुरां दा खजाना है। एक बेनती जिहड़ी कर रहा सी, जिहदे विच सतगुरु गुरु अर्जन देव जी कहिंदे नाम जप, बाणी दा अभ्यास कर ते सेवा कर, अपने गुरु दे उत्ते विश्वास ते अमना रख के जिਉਂ। एक दिन आवेगा तेरी जिंदगी दे दो भाग हो जाणगे। नाम की करदा है, बंदे नूं डिवाइड कर दिंदा, वंड दिंदा दो हिस्सिਆਂ ਵਿੱਚ, एक संसार नाल संबंध, एक रब नाल संबंध, काम ਉਹਦਾ ਚੱਲੀ ਜਾਂਦਾ सारा। ਤਾਂ इस तरह एक उपदेश ये दिता कि मुख की बात सगल स्यों करता, जी संग प्रभ अपना तरता। दूजा उपदेश दिता सतगुरां ने, ਕਹਿੰਦੇ संसार नूं ना बदली, तू अपने आप नूं बदल लै। जदों तू सुखी हो जाएगा संसार सुखी, जदों तू अरोग हो जाएगा संसार अरोग। वो भी शब्द उचारिया साहब कहते, सुखिए को पेखै सब सुखिया, रोगी कै भाणै सब रोगी, करन करावन हार सुआमी, आपन हाथ संजोगी, मन मेरे जिन अपना भरम गवाता, तिस कै भाणै कोई न भूला, जिन सगलो ब्रह्म पछाता। साढ़े मत्थे ते पईयां होईयां त्योड़ियां ते चुकी हुई 20 कुछ मन की सिर तो पंड गुरु अर्जन देव जी ने ला दिती जी। संसार दा की बनेगा, धर्म उड गया है, झूठ बड़ा है। कहंदे तेनू कादी चिंता है, तू आप धर्मी हो, छड्ड संसार। फिर कहंदे साध संग जां का मन शीतल, सो जाणै सगली ठांडी। जिहदा अपना मन शीतल है, उहदे वास्ते सारा संसार ठंडा हो गया। हौ मैं रोग जां का मन व्यापत, ओह जन्म मरै बिल लाती। ये ने उन्हां दे उपदेश दो पल्ले बंधन योग ने, आपां अज विचारे ने। हुण आपां इतिहास नूं वाचीए, थोड़ा चिर ध्यान दिओ, अपना मन लिआओ गुरु अर्जन देव पातशाह जी दे चरनां विच ध्यान। बेनती कर रहा सी, कल आपां विचारिया सी, एक वो कारण पहला गुरु अर्जन देव जी दे विरोध विच जिन्ने भी पखंडी लोग सन ते फरेबी ते लोकां नूं गुमराह करन वाले, झूठे पासियां वल जाण वाले, वो सारे सिख बन गए। उन्हां विच बहुत सारे सरवरीए, भाई मंझ दा कल आपां जिक्र कीता सी, भाई मंझ जी ने सिੱਖੀ धारी ते उन्हां दे पिछे हज़ारां बंदे जिहड़े सरवरीए सन, वो सिੱਖੀ विच आ गए। कुदरती सी सरवरीआं दा विरोध। साध संगत ਇਹਦੇ ਤੋਂ बिना हुण दूजा कारण अज बेनती करांगा। दूजा कारण सी गुरु अर्जन देव जी की शहादत का। उस वेले श्री दरबार साहिब की उसारी करवाउणी, ख्याल रखना। मैं पहला बेनती की सी, असी कई बारी एक चीज़ के दुआले घूमते रहने, बस जेड़ा आउंदा चंदू दुआले हो जाता। चंदू ने तो सिर्फ मोहरा बन के काम किया, इहदे पिछे बड़ियां बलावां काम करदियां सन, बहुत लोग सन, पर गुरु अर्जन देव जी पहाड़ वर्गे ने, उन्होंने कोई परवाह नहीं, जिन्ने मर्जी विरोधी आ जान। इन्हां विच हरमंदर साहिब की उसारी एक बड़ा वड्डा कारण सी, ध्यान दिओ। उहदा कारण सी गुरु अर्जन देव जी सिख कौम नूं एक बहुत वड्डा सेंटर दे रहे सन, केंद्र, जिहदे नाल कौम दे सूत्र जुड़ जाने सन। तुसीं अज भी कहिंदे हो ना, वेखो कदी तोल के इस चीज़ नूं। श्री दरबार साहिब ते मसे रंगड़ ने अंदर बेअदबी की, गुरसिखां दे खून उबाले खा ले, हुणे ये समाप्ति करनी। क्यों होया? गुरु अर्जन देव जी की सोच काम करदी है। उन्होंने सारे सिख माइंड के सूत्र इक्को थां ते इकट्ठे कर दिते कि जे इत्थे कुछ हिलेगा सारे शरीर हिल जाणगे। शक्ति जोड़ दी, बड़ा वड्डा मनोविज्ञान गुरु अर्जन देव जी दे।
ਤੁਸੀਂ ਕਦੀ ਵੇਖੋ ਦਰਬਾਰ ਸਾਹਿਬ ਤੇ 1984 ਵਿੱਚ ਹਮਲਾ ਹੋਇਆ, ਕੋਈ ਸਿੱਖ ਬਾਣੀ ਪੜ੍ਹਦਾ ਸੀ ਨਹੀਂ ਸੀ ਪੜ੍ਹਦਾ, ਕੋਈ ਅੰਮ੍ਰਿਤਧਾਰੀ ਸੀ ਨਹੀਂ ਸੀ, ਇਹ ਗੱਲ ਵੱਖਰੀ ਰਹਿ ਗਈ। ਤੇ ਸਾਧ ਸੰਗਤ ਕੱਲਾ ਸਿੱਖ ਨਹੀਂ, ਦੂਜੇ ਧਰਮਾਂ ਦੇ ਵੀ ਜਿਹੜੇ ਇਨਸਾਨੀਅਤ ਵਿੱਚ ਲੋਕ ਜਿਉਂਦੇ ਸਨ, ਜਦੋਂ ਹਰਿਮੰਦਰ ਸਾਹਿਬ ਨੂੰ ਗੋਲੀਆਂ ਵੱਜੀਆਂ, ਸਾਰੇ ਗੁਰਸਿੱਖਾਂ ਦੇ ਮਨ ਹਿੱਲ ਗਏ, ਉਹਨਾਂ ਦੇ ਮਨ ਜ਼ਖਮੀ ਹੋ ਗਏ, ਅੰਦਰ ਜਾਗਰਤ ਆ ਗਈ, ਹੋਸ਼ ਆ ਗਈ। ਤਰੀਕਾ ਹੈ ਬੜਾ ਵੱਡਾ, ਕੇਂਦਰ ਦੇ ਦਿੱਤਾ, ਕੇਂਦਰ ਦਿੱਤਾ ਕਿ ਇੱਥੇ ਗੁਰਸਿੱਖ ਇਕੱਠੇ ਹੋਣਗੇ, ਇੱਕ ਧੁਰੇ ਦੇ ਉੱਤੇ ਆ ਕੇ ਜੁੜ ਜਾਣਗੇ, ਭਾਵੇਂ ਬਾਹਰ ਕਿੰਨੇ ਵਿਰੋਧ ਰਹਿਣ, ਇੱਕ ਥਾਂ ਐਸੀ। ਦੂਜੀ ਇੱਕ ਬੇਨਤੀ ਕਰਾਂ, ਉਸ ਵੇਲੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ, ਉਸ ਵੇਲੇ ਹਰ ਇੱਕ ਤਰ੍ਹਾਂ ਦੇ ਧਾਰਮਿਕ ਅਸਥਾਨ ਦੇ ਉੱਤੇ ਉਸਾਰੀ ਕਰਨ ਤੇ ਸਰਕਾਰ ਵੱਲੋਂ ਰੋਕ ਲੱਗੀ ਹੋਈ ਸੀ। ਜੇ ਆਪਾਂ ਦੂਜੇ ਪੱਖੋਂ ਵੇਖੀਏ ਨਾ, ਸਰਕਾਰੀ ਪੱਖੋਂ, ਉਦੋਂ ਕੋਈ ਖੁੱਲ੍ਹ ਕੇ ਬਾਹਰ ਪੂਜਾ ਨਹੀਂ ਸੀ ਕਰ ਸਕਦਾ। ਆਸਾ ਦੀ ਵਾਰ ਪੜ੍ਹੋ, ਸਪਸ਼ਟ ਹੋ ਜਾਏਗਾ। ਮੈਂ ਤਾਂ ਬੇਨਤੀਆਂ ਕਰ ਰਿਹਾ ਵੀ ਚੰਦੂ ਨੂੰ ਜੇ ਅਸੀਂ ਕੱਲਾ ਮੋਹਰਾ ਬਣਾਉਂਦੇ ਆ ਨਾ ਸ਼ਹਾਦਤ ਦਾ, ਕਿਉਂਕਿ ਉਹ ਗੱਲਾਂ ਪਰਿਵਾਰਾਂ ਦੀਆਂ ਨੇ, ਮੈਨੂੰ ਵੀ ਪਤਾ, ਮੈਂ ਸੁਣਾਵਾਂ ਤੇ ਬੜੀਆਂ ਅੱਖਾਂ 'ਚੋਂ ਪਾਣੀ ਵਗੇਗਾ। ਬੜੇ ਘਰਾਂ ਦੀਆਂ ਗੱਲਾਂ ਤੇ ਅਸੀਂ ਬੜੇ ਉਤੇਜਿਤ ਹੁੰਦੇ ਹਾਂ, ਕਿਉਂਕਿ ਸਾਡੇ ਵਿੱਚ ਉਹ ਹੈ। ਪਰ ਧਿਆਨ ਦਿਓ, ਜੇ ਅਸੀਂ ਚੰਦੂ ਦੇ ਦੁਆਲੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੇਂਦਰਿਤ ਕਰ ਦਿੱਤਾ, ਉਹਦੇ ਹੋਣ ਵਾਲੇ ਨੁਕਸਾਨ ਦਾ ਸਾਨੂੰ ਪਤਾ ਨਹੀਂ। ਕੱਲ੍ਹ ਨੂੰ ਆਉਣ ਵਾਲੇ ਸਮੇਂ ਵਿੱਚ 100 ਸਾਲ ਬਾਅਦ, 50 ਸਾਲ ਬਾਅਦ ਲੋਕ ਕਹਿਣਗੇ ਇਹ ਕਾਹਦੀ ਸ਼ਹਾਦਤ ਹੋਈ ਹੈ, ਤੇ ਆਪਣੇ ਲੜਕੇ ਦੀ ਰਿਸ਼ਤੇ ਪਿੱਛੇ ਸ਼ਹਾਦਤ ਹੋ ਗਈ ਹੈ। ਇਹਦੇ ਵਿੱਚ ਧਰਮ ਵਾਲੀ ਕਿਹੜੀ ਗੱਲ ਹੈ? ਲੜਕੇ ਦਾ ਰਿਸ਼ਤਾ ਛੱਡ ਦਿੱਤਾ, ਸ਼ਹਾਦਤ ਹੋ ਗਈ, ਹੋਰ ਕੀ ਹੈ? ਨਹੀਂ, ਇਹ ਸਚਾਈ ਵੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਕਰਕੇ ਨਹੀਂ ਹੋਈ, ਬਿਲਕੁਲ। ਉਹ ਸਿਰਫ ਇੱਕ ਛੋਟਾ ਜਿਹਾ ਕਾਰਨ ਸੀ, ਉਹ ਮੋਹਰਾ ਬਣ ਗਿਆ, ਸਾਧਨ ਬਣ ਗਿਆ। ਠੀਕ ਹੈ, ਚੰਦੂ ਬਿਲਕੁਲ ਪ੍ਰਗਟ ਹੋਇਆ, ਉਹ ਜ਼ਿੰਮੇਵਾਰ ਹੈ, ਉਹ ਗੁਨਾਹਗਾਰ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ, ਕੋਈ ਸ਼ੱਕ ਨਹੀਂ। ਪਰ ਬੜੇ ਲੋਕ ਚੰਦੂ ਦੇ ਪਿੱਛੇ ਲੁਕ ਕੇ ਬੈਠੇ ਹੋਏ ਨੇ, ਜਿਹੜੇ ਉਹਦੇ ਤੋਂ ਕਰਾ ਰਹੇ ਨੇ ਸਾਰਾ ਕੁਝ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਾਉਣੀ ਸੀ, ਥੋੜਾ ਜਿਹਾ ਇਹ ਵੀ ਆਪ ਜੀ ਨਾਲ ਸਾਂਝਾ ਕਰਦੇ ਹਾਂ, ਉਸ ਵੇਲੇ ਸਰਕਾਰ ਵੱਲੋਂ ਪ੍ਰਤੀਬੰਧ ਸੀ, ਕੋਈ ਵੀ ਧਰਮ ਮੁਸਲਮਾਨ ਧਰਮ ਤੋਂ ਬਿਨਾਂ, ਕਿਉਂਕਿ ਉਦੋਂ ਅਕਬਰ ਤੇ ਜਾ ਚੁੱਕਾ ਸੀ, ਅਕਬਰ ਤੋਂ ਬਾਅਦ ਜਹਾਂਗੀਰ ਆ ਗਿਆ ਸੀ, ਤੇ ਜਹਾਂਗੀਰ ਦੀਆਂ ਤਾਰਾਂ ਜੁੜੀਆਂ ਹੋਈਆਂ ਸਨ ਸ਼ੇਖ ਅਹਿਮਦ ਸਰਹੰਦੀ ਨਾਲ, ਜਿਹੜਾ ਬੜਾ ਕੱਟੜ ਮੁਸਲਮਾਨ ਸੀ। ਸ਼ੇਖ ਅਹਿਮਦ ਸਰਹੰਦੀ, ਉਹਨੂੰ ਬੜਾ ਖਤਰਾ ਹੋ ਗਿਆ ਸੀ ਗੁਰੂ ਅਰਜਨ ਦੇਵ ਜੀ ਤੋਂ, ਕਿ ਇਹ ਸੱਚ ਦੀ ਗੱਲ ਕਰੀ ਜਾ ਰਹੇ ਨੇ, ਗੁਰਬਾਣੀ ਵਿੱਚ ਸੱਚ ਇੰਨਾ ਭਰਪੂਰ ਸੀ, ਉਹਦੇ ਤੋਂ ਘਬਰਾ ਗਿਆ ਸੀ। ਉਹਨੇ ਵੀ ਜਹਾਂਗੀਰ ਨੂੰ ਸਲਾਹ ਦਿੱਤੀ, ਪ੍ਰਤੀਬੰਧ ਲਵਾਇਆ ਕਿ ਮੁਸਲਮਾਨ ਅਸਥਾਨਾਂ ਤੋਂ ਬਿਨਾਂ ਕੋਈ ਮੰਦਰ ਨਹੀਂ ਬਣ ਸਕਦਾ, ਕੋਈ ਥਾਂ ਨਹੀਂ ਬਣਾ ਸਕਦਾ, ਪਾਬੰਦੀ ਲਾ ਦਿੱਤੀ। ਔਰ ਧਿਆਨ ਦਿਓ, ਉਸ ਲੱਗੀ ਹੋਈ ਪਾਬੰਦੀ ਦੇ ਵਿੱਚ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਸਿੱਧੀ ਬਗਾਵਤ ਸੀ। ਮੈਂ ਬੇਨਤੀ ਕਰਦਾ, ਇੱਥੇ ਇੱਕ ਨੌਜਵਾਨ ਆਉਂਦਾ ਸੀ, ਉਹਨੇ ਇੱਕ ਪ੍ਰਸ਼ਨ ਕੀਤਾ ਸੀ, ਦੱਸੋ ਵੀ ਲੜਾਈਆਂ ਤੇ 6ਵੇਂ ਪਾਤਸ਼ਾਹ ਤੋਂ ਸ਼ੁਰੂ ਹੋਈਆਂ, ਪਹਿਲੇ ਤੇ ਗੁਰੂ ਸ਼ਾਂਤਮਈ ਸਨ, ਜੇ ਹੁਣ ਅੱਜ ਇੱਥੇ ਹੋਵੇ ਤੇ ਉਹ ਸੁਣ ਲਵੇ। ਧਰਮ ਸਦਾ ਬਗਾਵਤੀ ਰਿਹਾ ਹੈ, ਭਾਵੇਂ ਉਹਦੇ ਹੱਥ ਵਿੱਚ ਤਲਵਾਰ ਹੈ, ਭਾਵੇਂ ਤਲਵਾਰ ਨਹੀਂ ਹੈ। ਜਿੱਥੇ ਧਰਮ ਹੈ ਉੱਥੇ ਸੱਚ ਹੈ, ਤੇ ਸੱਚ ਇਸ ਧਰਤੀ ਤੇ ਸਦਾ ਬਗਾਵਤ ਕਰਦਾ ਰਿਹਾ ਹੈ। ਉਹ ਕਿਸੇ ਦਾ ਗੁਲਾਮ ਨਹੀਂ, ਕਿਸੇ ਦੇ ਪ੍ਰਭਾਵ ਥੱਲੇ ਨਹੀਂ, ਉਹ ਸਦਾ ਬਗਾਵਤ ਕਰਦਾ। ਮੈਂ ਉਦਾਹਰਨ ਦੇ ਦਿਆਂ, ਕਬੀਰ ਸਾਹਿਬ ਕੋਲ ਕਿਹੜੀ ਤਲਵਾਰ ਸੀ? ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਦਰਿਆ ਵਿੱਚ ਸਿੱਟ ਦਿੱਤਾ। ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬਾਂਧ ਭੁਜਾ ਭਿਲਾ ਕਰ ਡਾਰਿਓ, ਹਸਤੀ ਕੋਪ ਮੂੰਡ ਮੈਂ ਮਾਰਿਓ। ਹਾਥੀ ਛੱਡਿਆ ਉਹਨਾਂ ਦੇ ਉੱਤੇ। ਕਬੀਰ ਸਾਹਿਬ ਕੋਲ ਕਿਹੜੀ ਤਲਵਾਰ ਸੀ? ਨਾਮਦੇਵ ਕੋਲ ਕੀ ਸੀ? ਨਾਮਦੇਵ ਜੀ ਕੋਲ ਹਥਿਆਰ ਤੇ ਕੋਈ ਨਹੀਂ ਸੀ, ਦਿੱਲੀ ਦੇ ਬਾਦਸ਼ਾਹ ਨੇ ਗ੍ਰਿਫਤਾਰ ਕਰਾ ਦਿੱਤਾ।
सब कुछ होया ना। जिथे सच है उथे बगावत जरूर आएगी। बगावत दे सुर, हाँ ये ख्याल रखना, ये अर्थ ये ना कढ़ना धर्म ही सदा बगावती हुंदा। वो बगावत करदा है बाहर, धर्म कमाउंदा है अंदर। अंदर धर्म होवे ते बगावत फबदी है। मैं बेनती करा, अंदर संत होवे ते सिपाही फबदा है, नहीं तो गुरु घर विच उस सिपाही नूं कोई थां नहीं जिहड़ा संत है। नहीं, उहदी जड़ विच संत, उहदे बाहर सिपाही। वो क्रोध नहीं, वो ते उत्तेजना ऐसी है जिहदे विच भी शांति हुंदी है, जिहदे विच प्यार हुंदा है। उहदी तलवार दे विचों भी राग निकलदे ने, प्रेम निकलदा है। तां सतगुरां ने बेनती कर रहा सी, बगावत ते गुरु नानक साहब तो ही चल पई। बगावत चली, उन्हां ने वर्णन किया उस वेले प्रतिबंध सी सारे धर्मां ते, पूजा करन ते। आसा दी वार दी एक तुक पढ़दे हां, गुरु नानक सच्चे पातशाह जी कहते ने, अंतर पूजा पढ़े कतेबां, संजम तुरका भाई। उस वेले दे पंडित की करते सन, प्रतिबंध सी, कोई बंदा बाहर पूजा नहीं सी कर सकता, रोक लगी हुई सी। अंतर पूजा पढ़े कतेबां। ते जेड़े सरकारी नौकरियां ते मुसलमान हिंदू काम करते सन, वो की करते सन, पूजा करते सन घर दे अगले कमरे विच, सरकार वेख ना लवे, सरकार ना वेखे किते, सरकार नूं खुश रखना सी। अंदर करते सन पूजा ते बाहर पढ़ते सन कतेब, मुसलमान मत दीयां किताबां। गुरु नानक साहब कहते ना धर्मियां वल वेखो, जिन्हां दा धर्म ही लुकिया होया, डर के करदे ने। साहब कहते अंतर पूजा पढ़े कतेबां, बाहर कतेब पढ़ते ने, उन्हां नूं खुश करने। कहते संजम तुरकां भाई, रहन सहन सारा तुरकां वाला। गुरु नानक सच्चे पातशाह जी कहते ने, भाई इस पूजा नालों पूजा करनी छड्ड दिओ, जे लुक के करनी है रहन दिओ। की लाभ इस पूजा का जिहड़ा तुसीं लुक के कर दो, पखंड कर रहे हो। अगले बचन ने साहब कहते छोड़ी ले पाखंडा, ये पखंड छड्ड दे, कोई फायदा नहीं इहदा। इहदे नालों की कर, नाम ले जाए तरन दा, नाम जपिया कर, तेरे विच निरभैता आ जाएगी। तां पूजा लुक के हुंदी सी, माला लुक के फेरी जाती सी, बाहर सरकार नूं खुश करन वास्ते काम कीते जांदे सन। इस वेले गुरु अर्जन देव पातशाह जी ने ऐलानिया तौर ते हरमंदर साहिब दी नींह रख दिती, और इस नींह रखण दे विच जिहड़ी एक शक्ति वरती गई, भावें गुरु अर्जन देव जी कोल ताकत भरपूर सी, कोई शक नहीं, पर गुरु अर्जन देव जी तौर तरीके वरतते रहे ने। ख्याल रखना, गुरु अर्जन देव जी ने उस वेले दे एक बड़े माननीय सरकार ते प्रभावी व्यक्ति साईं मियाँ मीर की वरतों की हरमंदर साहिब की नींह रखण विच। इतों तक क्या गया है, वो शामिल होए हरमंदर साहिब की जदों नींह रखी गई, उत्थे शामिल होए। ਉਹਦਾ ਕਾਰਨ ਸੀ कि जिथे साईं मियाँ मीर जी खलो जाते सन, हिंदुस्तान की सरकार का हिम्मत नहीं सी पैंदी उधर वेखण दी भी, इन्ना प्रभाव सी उन्हां दा। अगे जाके उन्हां दा जिक्र आएगा किवें वो सीधे गुरु अर्जन देव जी कोल चले गए सन जदों तत्ती तवी ते बैठे सन, कोई पहरेदार उन्हां नूं रोक नहीं सी सकिया। किवें वो हरमंदर गुरु हरगोबिंद साहिब जी नूं ग्वालियर के किले विचों जहांगीर नूं उन्हां ने मजबूर कर दिता सी रिहा करो। तो इस मित्रता नूं वरत्या, भावें कि मैं जरूर कहना चाहुंदा गुरु अर्जन देव जी समर्थ सन आप हरमंदर साहिब की नींह रखण विच, पर उन्होंने एक प्यार और एक ये दशा पैदा करने लई कि लोग इनू हिंदू मुसलमान की लड़ाई ना समझ लैण किते भी सिख तां बनाए जा रहे हैं मुसलमानों नाल लड़न वास्ते। नहीं, उन्होंने नाल रखी सांझी वालता और दसिया भी लड़ाई सच ते झूठ दी है, मुसलमान ते सिख दी नहीं है। कदी सिख दा सवाल ही नहीं होया किसी नाल इस लड़ाई बारे। तो उन्होंने नींह रखी, ये जिहड़ा स्थान है दरबार साहिब दे विच सतगुरां ने सारा नक्शा जिहड़ा समझाया। कईयां ने भी कहा
कि जदों इट रखी तो जिहड़ा मिस्त्री सी राज उन्हें इट चुक के थोड़ी जी फर्क नाल पा दिती, बदल दिती। गुरु अर्जन देव जी कहंदे बस भाई तू इट हिला दिती, जिथे रखी सी इत्थे रहन देनी सी, हुण इत्थे हलजुल हुंदी ही रह गई, क्योंकि इक्को ही मंदिर है धरती ते जिहड़ा परमात्मा दा ही मंदिर कह लो, गुरुद्वारा कह लो, इमारत इक्को ही है, जिथे सिर्फ परमात्मा दी नाम चलदी। तुसीं हरमंदर साहिब नूं नहीं कह सकदे भी ये किहड़े गुरु साहिबान दा गुरुद्वारा है, उहनूं हरमंदर साहिब भी कहना पएगा। बाकी दे गुरुद्वारे सतगुरां दे नाम ते हैं, पर हरमंदर साहिब किसी गुरु साहिबान दे नाम ते नहीं। भावें प्यार नाल असीं नां लैने गुरु अमरदास, गुरु रामदास पातशाह जी दा, प्यार नाल लैने भी उन्हां दा थां है, गुरु अर्जन देव जी दा नाम लैने, पर ਉਹਨੂੰ हरमंदर ही किया सतगुरां ने। बाद विच असीं ਉਹਨੂੰ कुछ कह लईए गोल्डन टैंपल है, उत्ते सोना ला दिता, इस मंदिर दा सोने नाल कोई संबंध नहीं सी, बाद विच मड़िया गया। ख्याल रखना, ये हरमंदर सी, ये गोल्डन टैंपल नहीं सी। बाद विच सोना आया, चलो लग गया, चंगी गल, पर ਇਹਦਾ संबंध अध्यात्म सी, ਇਹਦਾ संबंध बाहरले सोनिया नाल नहीं सी, बाहरली वड़ियाई नाल नहीं सी। ਤਾਂ ਜਦੋਂ ਇਹ ਸਾਜਿਆ ਗਿਆ, ਇਹਦੀ ਨੀਂਹ ਰੱਖ ਦਿੱਤੀ ਤੇ ਸਤਿਗੁਰਾਂ ਨੇ ਆਲੇ ਦੁਆਲੇ ਹੁਕਮਨਾਮੇ ਭੇਜੇ ਸੇਵਾ ਵਾਸਤੇ। ਗੁਰਸਿੱਖ ਦੂਰੋਂ ਦੂਰੋਂ ਆਉਣ ਲੱਗ ਪਏ ਤੇ ਇਥੋਂ ਦੀ ਸੇਵਾ, ਇਥੋਂ ਦੇ ਇਸ਼ਨਾਨ ਤੇ ਇਸ ਸੇਵਾ ਵਿੱਚ ਹਿੱਸਾ ਪਾਉਣ ਦੇ ਮਹਾਤਮ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਖੁਦ ਦੱਸਦੇ ਨੇ। इस दरबार साहिब नूं एक तां इउं कह लईए, ये थां ऐसी बनाई जिथे ਜਿਹੜੇ ਜਿਹੜੇ ਥਾਵਾਂ ਤੇ ਗੁਰੂ ਸਾਹਿਬ ਨੇ ਚਰਨ ਪਾਏ ਨੇ, ਨਨਕਾਣਾ ਸਾਹਿਬ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਜਿੰਨੇ ਅਸਥਾਨ ਨੇ, ਸੈਂਕੜੇ ਹਜ਼ਾਰਾਂ ਅਸਥਾਨ ਨੇ, ਸਾਰੇ ਅਸਥਾਨਾਂ ਦਾ ਅੰਸ਼ ਇਸ ਥਾਂ ਦੇ ਵਿੱਚ ਹੈ। ਇਸ ਇੱਕ ਥਾਂ ਤੇ ਚਲੇ ਜਾਓ, ਸਾਰੇ ਥਾਵਾਂ ਦੇ ਦਰਸ਼ਨ ਹੋ ਗਏ। ਤਾਂ ਹੀ ਅਰਦਾਸ ਵਿੱਚ ਇੱਕੋ ਸ਼ਬਦ ਵਰਤਿਆ ਗਿਆ, ਸ੍ਰੀ ਦਰਬਾਰ ਸਾਹਿਬ ਜੀ ਦੇ, ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਉੱਥੋਂ ਦੇ ਦਰਸ਼ਨ ਇਸ਼ਨਾਨ ਦੀ ਗੱਲ ਇਹਦੇ ਵਿੱਚ ਸਾਰੇ ਆਉਂਦੇ। ਤਾਂ ਇਸ ਥਾਂ ਤੇ ਜਦੋਂ ਸਾਜਿਆ, ਸੇਵਾ ਚੱਲੀ, ਗੁਰਸਿੱਖ ਦਿਨ ਰਾਤ ਟੋਕਰੀਆਂ ਲੈ ਕੇ ਢੋਂਦੇ ਨੇ, ਪਿਆਰ ਨਾਲ ਢੋਂਦੇ ਨੇ। ਇੱਕ ਸਿੱਖ ਆਇਆ, ਮੈਂ ਕੱਲ ਜ਼ਿਕਰ ਕੀਤਾ ਸੀ, ਭਾਈ ਬਹਿਲੋਂ, ਸਭ ਤੋਂ ਪਹਿਲੋਂ ਸਤਿਗੁਰਾਂ ਦੇ ਪਿਆਰ ਵਿੱਚ ਰੰਗਿਆ ਗਿਆ। ਇਹਨੇ ਇੱਕੋ ਹੀ ਬੇਨਤੀ ਕੀਤੀ ਸੀ, ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ, ਮੇਰੀ ਇੱਕੋ ਬੇਨਤੀ ਹੈ, ਮੈਂ ਸੇਵਾ ਉੱਥੇ ਕਰਨੀ ਜਿੱਥੇ ਤੁਸੀਂ ਬੈਠੇ ਹੋ। ਇੱਕ ਅਰਦਾਸ ਸੀ। ਹਜ਼ੂਰ ਨੇ ਪੁੱਛਿਆ, ਭਾਈ ਅਸੀਂ ਕਦੀ ਕਿਤੇ? ਕਹਿੰਦੇ ਬਸ ਮੇਰੀ ਇਹ ਇੱਕੋ ਅਰਦਾਸ, ਕਿਉਂਕਿ ਇਹ ਸਿੱਖ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਸਿਮਰਨ ਵਿੱਚ ਇੰਨਾ ਜੁੜ ਚੁੱਕਾ ਸੀ। ਗੁਰੂ ਅਰਜਨ ਦੇਵ ਜੀ ਜਿੱਥੇ ਬਹਿੰਦੇ ਸਨ, ਇੱਕ ਟੱਕ ਉਹਨਾਂ ਦੇ ਚਿਹਰੇ ਵੱਲ ਵੇਖਦਾ ਰਹਿੰਦਾ ਸੀ। ਇਹਨੂੰ ਇਹ ਵੀ ਭੁੱਲ ਜਾਂਦਾ ਸੀ ਵੀ ਟੋਕਰੀ ਲਿਆਂਦੀ ਹੈ ਤੇ ਹੁਣ ਪਰਤ ਕੇ ਚੁੱਕ ਕੇ ਲਿਜਾਉਣੀ ਹੈ। ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਵੀ ਕਈ ਸੇਵਾਦਾਰ ਨਾ ਮਖੌਲ ਵਜੋਂ ਇਹਦੀ ਟੋਕਰੀ 'ਚ 4-4, 5-5 ਟੋਕਰੀਆਂ ਦੀ ਮਿੱਟੀ ਤੇ ਇੱਟਾਂ ਪਾ ਦਿੰਦੇ ਸਨ ਵੀ ਇਹਨੂੰ ਚੁਕਾ ਦੀ। ਇਹਨੇ ਕਿਹੜਾ ਕਹਿਣਾ ਵੀ ਘੱਟ ਕਰੋ ਜਦੋਂ, ਕਿਉਂਕਿ ਧਿਆਨ ਅੱਠੇ ਪੈਰ ਜੁੜਿਆ ਹੋਇਆ ਗੁਰੂ ਚਰਨਾਂ ਵਿੱਚ। ਉਹਨਾਂ ਨੇ 4 ਜਣਿਆਂ ਨੇ ਚੁੱਕ ਕੇ ਸਿਰ ਤੇ ਰੱਖਣੀ, ਬਹਿਲੋਂ ਨੂੰ ਕੋਈ ਪਤਾ ਨਹੀਂ, ਉਹਨਾਂ ਨੇ ਚੁੱਕ ਕੇ ਲੈ ਜਾਣੀ। ਸਾਰਾ ਦਿਨ ਸੇਵਾ, ਜਿੱਥੇ ਗੁਰੂ ਅਰਜਨ ਦੇਵ ਜੀ ਬਹਿੰਦੇ ਨੇ ਉਹਨਾਂ ਦੇ ਕੋਲ ਸੇਵਾ ਕਰਦਾ ਰਹਿੰਦਾ। ਇਸ ਤਰ੍ਹਾਂ ਅਨੇਕਾਂ ਹੀ ਸਿੱਖ ਇੱਥੇ ਸੇਵਾ ਕਰਦੇ ਨੇ ਇਸ ਥਾਂ ਤੇ। ਔਰ ਇਹਦੇ ਬਾਰੇ ਬਾਣੀ ਵਿੱਚ ਬਚਨ ਕੀਤੇ ਸਤਿਗੁਰਾਂ ਨੇ, ਕਹਿੰਦੇ ਡਿਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਇਹ ਜਿਹੜੀ ਤੁਕ ਹੈ ਨਾ, ਬਦੋਹ ਪੁਰਖ ਵਿਧਾਤੈ, ਇਹ ਇਤਿਹਾਸ ਨਾਲ ਜੁੜੀ ਹੋਈ, ਖਿਆਲ ਰੱਖਣਾ, ਇਤਿਹਾਸ ਹੈ। ਇਹਦੇ ਅਰਥ ਬਣਦੇ ਨੇ, ਇਸ ਹਰਮੰਦਰ ਸਾਹਿਬ ਨੂੰ ਪਰਮਾਤਮਾ ਨੇ ਆਪ ਬਣਾਇਆ ਹੈ ਔਰ ਰੂਪਮਾਨ ਹੋ ਕੇ ਬਣਾਇਆ। ਇਹ ਵੀ ਥੋੜੀ ਜਿਹੀ ਬੇਨਤੀ ਸਾਂਝੀ ਕਰਦੇ ਹਾਂ। ਇੱਕ ਵਾਰ ਦੀ ਉੱਥੇ ਘਟਨਾ ਹੈ, ਜਿੱਥੇ ਹਰ ਕੀ ਪੌੜੀ ਪਿਛਲੇ ਪਾਸੇ ਚੁਲਾ ਲੈਂਦੇ ਹਾਂ। ਇਸ ਥਾਂ ਤੇ ਕਹਿੰਦੇ ਨੇ ਇੱਕ ਦਿਨ
ਇੱਕ ਕੋਈ ਐਸਾ ਸਰੀਰ ਧਾਰੀ, ਹੱਥ ਵਿੱਚ ਕਈ ਫੜੀ ਹੋਈ ਹੈ, ਹੱਥ ਵਿੱਚ ਟੋਕਰੀ ਫੜੀ ਹੋਈ ਹੈ, ਉਥੋਂ ਮਿੱਟੀ ਪੁੱਟਦਾ ਹੈ ਤੇ ਚੁੱਕਦਾ ਬਾਹਰ ਸਿੱਟਦਾ ਹੈ। ਇੱਕ ਨੇ ਵੇਖਿਆ, ਦੋ ਨੇ ਵੇਖਿਆ, ਤਿੰਨ ਨੇ, ਚਰਚਾ ਚੱਲ ਪਈ, ਕਦੀ ਵੇਖੇ ਨਹੀਂ ਪਹਿਲਾਂ। ਤੇ ਜਿਹੜਾ ਉਧਰ ਵੇਖਦਾ ਪਰਤ ਕੇ ਉਹਦਾ ਮਨ ਨਹੀਂ ਉੱਥੋਂ ਅੱਕਦਾ, ਉਹ ਵੇਖੀ ਜਾਂਦਾ, ਉਹਦੇ ਦਰਸ਼ਨ ਕਰੀ ਜਾਂਦਾ। ਹੋਰ ਵੀ ਕਈ ਸਰੀਰ ਇਸ ਤਰ੍ਹਾਂ ਦੇ ਵੇਖੇ ਜਿਹੜੇ ਪਹਿਲਾਂ ਸੰਗਤ ਵਿੱਚ ਨਹੀਂ ਸਨ ਹੁੰਦੇ, ਉੱਥੇ ਸੇਵਾ ਕਰੀ ਜਾਂਦੇ ਨੇ। ਗੁਰੂ ਅਰਜਨ ਦੇਵ ਜੀ ਕੋਲ ਖਬਰ ਚਲੀ ਗਈ, ਸਿੱਖਾਂ ਨੇ ਕਿਹਾ ਮਹਾਰਾਜ ਇੱਕ ਐਸੀ ਸ਼ਖਸੀਅਤ ਸੇਵਾ ਕਰ ਰਹੀ ਹੈ ਜਿਹਦੇ ਵੱਲੋਂ ਵੇਖਿਆ ਬ੍ਰਹਿਮੰਡ ਦਾ ਨਕਸ਼ਾ ਹੀ ਬਦਲ ਜਾਂਦਾ ਹੈ, ਮਨ ਆਪਣੇ ਆਪ ਜੁੜੀ ਜਾਂਦਾ ਕਿਸੇ ਦੁਨੀਆ ਵਿੱਚ, ਪਤਾ ਨਹੀਂ ਕੌਣ ਨੇ। ਜਦੋਂ ਬਹੁਤੀ ਚਰਚਾ ਚੱਲੀ, ਗੁਰੂ ਅਰਜਨ ਦੇਵ ਜੀ ਵੀ ਆਏ, ਉਹ ਤੇ ਆਪ ਹੀ ਸਨ, ਜਾਣਦੇ ਸਨ। ਤਾਂ ਇਹ ਜਦੋਂ ਬਹੁਤੀ ਚਰਚਾ ਚੱਲ ਗਈ ਤੇ ਉਹ ਸਰੀਰ ਪਤਾ ਨਹੀਂ ਕਿੱਧਰ ਚਲਾ ਗਿਆ, ਅੱਖਾਂ ਤੋਂ ਓਹਲੇ ਹੋ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਉੱਥੇ ਚੌਂਕੜਾ ਲਾ ਕੇ ਧਿਆਨ ਵਿੱਚ, ਪਿਆਰ ਵਿੱਚ ਟਿਕ ਗਏ। ਗੁਰਸਿੱਖ ਪੁੱਛਦੇ ਨੇ ਮਹਾਰਾਜ ਇਹ ਕੌਣ ਸਨ, ਇਹ ਕੌਣ ਸਨ? ਤੇ ਸਤਿਗੁਰਾਂ ਨੇ ਬਚਨ ਕੀਤੇ, ਗੁਰਸਿੱਖੋ ਇਹ ਉਹ ਸੀ, ਇਹ ਜਿਹਦਾ ਮੰਦਰ, ਇਹਦਾ ਜਿਹਦਾ ਥਾਂ ਬਣ ਰਿਹਾ ਹੈ, ਇਹ ਉਹ ਆਪ ਸੀ। ਉੱਥੇ ਫਿਰ ਹਜ਼ੂਰ ਨੇ ਸ਼ਬਦ ਉਚਾਰਿਆ, ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਖੁਦ ਆਇਆ ਸੀ, ਆਪ ਆਇਆ ਸੀ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਖੁਦ ਰੱਬ ਉੱਥੇ ਪਹੁੰਚਿਆ, ਆਪ ਆਪਣੇ ਹੱਥਾਂ ਨਾਲ ਉੱਥੇ ਕੰਮ ਕੀਤਾ। ਤੁਸੀਂ ਕਦੀ ਅੰਦਾਜ਼ਾ ਲਾਓ, ਵੈਸੇ ਗੁਰਬਾਣੀ ਕਹਿੰਦੀ ਰੱਬ ਦਾ ਸਰੀਰ ਨਹੀਂ, ਪਰ ਉਹ ਥਾਂ ਕਿੰਨਾ ਵੱਡਾ ਹੋਵੇਗਾ ਜਿੱਥੇ ਰੱਬ ਨੂੰ ਸਰੀਰ ਧਾਰੀ ਹੋਣਾ ਪਿਆ। ਤਰਕਵਾਦ ਨਹੀਂ, ਖਿਆਲ ਰੱਖਣਾ। ਮੈਂ ਇੱਥੇ ਬੇਨਤੀ ਕਰਾਂ, ਗੁਰੂ ਦੀ ਕੁਝ ਗੱਲ ਐਸੀ ਜਿਹਨੂੰ ਤਰਕ ਦੀ ਤਕੜੀ ਤੇ ਤੋਲਿਆ ਨਹੀਂ ਜਾ ਸਕਦਾ, ਉਹਦੇ ਤੇ ਅਸੀਂ ਪਿੱਛੇ ਰਹਿ ਜਾਵਾਂਗੇ। ਨਾ ਇਸ ਤਰ੍ਹਾਂ ਦਾ ਖਿਆਲ ਕਰਨਾ, ਐਵੇਂ ਸਮਾਂ ਖਰਾਬ ਹੋ ਜਾਏਗਾ। ਹੱਥਾਂ ਵਿੱਚ ਆਈ ਹੋਈ ਗੱਲ ਬਾਹਰ ਨਿਕਲ ਜਾਏਗੀ ਸਾਰੀ। ਯਾਦ ਰੱਖੋ, ਤਰਕ ਇੱਥੇ ਨਹੀਂ ਕਿ ਰੱਬ ਤੇ ਸਰੀਰ ਧਾਰੀ ਨਹੀਂ। ਜੇ ਅਸੀਂ ਮੰਨਣ ਲਈ ਤਿਆਰ ਹੋਈਏ, ਤਰਕ ਮਨਾ ਦੇਗਾ। ਜਿਹੜਾ ਰੱਬ ਲੱਖਾਂ ਸਰੀਰ ਬਣਾ ਸਕਦਾ ਹੈ, ਉਹ ਇੱਕ ਆਪਣਾ ਸਰੀਰ ਨਹੀਂ ਬਣਾ ਸਕਦਾ। ਲੱਖਾਂ ਸਰੀਰ ਜਿਹੜਾ ਖੁਦ ਬਣਾ ਦਿੰਦਾ ਹੈ, ਕਈ ਜੀਵ ਪੈਦਾ ਕਰ ਦਿੰਦਾ ਹੈ, ਤੇ ਜੇ ਉਹਦਾ ਮਨ ਕਿਤੇ ਕਰ ਆਵੇ ਵੀ ਮੈਂ ਵੀ ਤੁਰਾਂ ਥੋੜਾ ਜਿਹਾ, ਕੀ ਉਹਦੇ ਕੋਲ ਸਮੱਗਰੀ ਮੁੱਕ ਗਈ ਆਪਣਾ ਸਰੀਰ ਬਣਾਉਣ ਲਈ? ਜਿਹੜਾ ਕਾਰੀਗਰ ਲੱਖਾਂ ਦੇ ਘਰ ਬਣਾਉਂਦਾ ਹੈ, ਜੇ ਉਹ ਆਪਣੀ ਆਈ ਤੇ ਆ ਜਾਏ, ਆਪਣਾ ਘਰ ਨਹੀਂ ਬਣਾ ਸਕਦਾ? ਬਣਾ ਸਕਦਾ ਉਹ। ਇਸ ਲਈ ਤਰਕ ਵੀ ਇਹਨੂੰ ਸਿੱਧ ਕਰਦਾ ਕਿ ਪਰਮਾਤਮਾ ਰੂਪਮਨ ਹੋ ਸਕਦਾ। ਉਸ ਥਾਂ ਤੇ ਆਏ, ਉਸ ਥਾਂ ਦੇ ਵਿੱਚ ਆਪਣੇ ਹੱਥ ਲਾਏ, ਕ੍ਰਾਂਤੀ ਆ ਗਈ ਉਸ ਥਾਂ ਵਿੱਚ। ਅੱਜ ਤੱਕ ਕ੍ਰਾਂਤੀ ਹੈ। ਤਾਂ ਹੀ ਇਸ ਨੂੰ ਫਿਰ ਪਰਪੱਕ ਤੌਰ ਤੇ ਕਹਿ ਦਿੱਤਾ, ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਤਾਂ ਤੂੰ ਇੰਨਾ ਸੁੰਦਰ ਹੈ, ਕਹਿੰਦੇ ਵਸ ਦੀ ਸਗਨ ਅਪਾਰ, ਅਨੂਪ ਰਾਮਦਾਸਪੁਰ। ਹਰ ਹਾਂ ਨਾਨਕ ਕਸਮਲ ਜਾਏ, ਨਾਇਐ ਰਾਮਦਾਸ ਸਰ। ਇੰਨੀ ਵੱਡੀ ਥਾਂ ਹੈ, ਸਾਧ ਸੰਗਤ ਸਤਿਗੁਰਾਂ ਨੇ ਉਸਾਰੀ ਕਰਵਾ ਦਿੱਤੀ, ਤਿਆਰੀ ਹੋ ਗਈ। ਹਰਿਮੰਦਰ ਸਾਹਿਬ ਦਾ ਕੰਮ ਥੋੜਾ ਹੀ ਰਹਿ ਗਿਆ। ਜਦੋਂ ਇਹ ਬਣੀਆਂ, ਹਰਿਮੰਦਰ ਸਾਹਿਬ ਤਿਆਰ ਹੋ ਗਿਆ,
ਜ਼ਰੂਰ ਰਿਪੋਰਟਾਂ ਗਈਆਂ ਸਰਕਾਰ ਨੂੰ, ਕਾਨੂੰਨ ਦੀ ਉਲੰਘਣਾ ਹੋਈ ਹੈ। ਇਹ ਕਾਰਨ ਨਾਲੋਂ ਨਾਲ ਆਪਾਂ ਇਤਿਹਾਸ ਵੀ ਵਾਚਣਾ ਹੈ, ਨਾਲੋਂ ਨਾਲ ਵੇਖਣਾ ਹੈ ਸ਼ਹਾਦਤ ਕਿਉਂ ਹੋਈ। ਜੇ ਤੇ ਧਰਮ ਬੰਦਾ ਧਰਮੀ ਮਨੁੱਖ ਸਮਝੌਤਾ ਕਰਨ ਲੱਗ ਪਿਆ, ਫਿਰ ਤੇ ਕੋਈ ਨਾ ਸ਼ਹਾਦਤ ਨਾ ਕੋਈ ਬਗਾਵਤ, ਕੱਖ ਵੀ ਨਹੀਂ। ਫਿਰ ਤੇ ਸਰਕਾਰ ਵੱਲੋਂ ਸਗੋਂ ਸਹੂਲਤਾਂ ਮਿਲਦੀਆਂ ਨੇ। ਪਰ ਜੇ ਕੋਈ ਸੱਚ ਦੇ ਮਾਰਗ ਤੇ ਤੁਰੇ, ਉੱਥੇ ਫਿਰ ਇਹ ਚੀਜ਼ਾਂ ਵਾਪਰਦੀਆਂ ਨੇ। ਖਿਆਲ ਰੱਖਣਾ, ਸਤਿਗੁਰਾਂ ਨੇ ਉਸਾਰੀ ਕਰਵਾ ਦਿੱਤੀ, ਥੋੜ੍ਹਾ ਜਿਹਾ ਕੰਮ ਰਹਿ ਗਿਆ, ਪੁਲ ਬਣ ਗਿਆ, ਦਰਸ਼ਨੀ ਡਿਉੜੀ ਦੀ ਇਮਾਰਤ ਸ਼ੁਰੂ ਹੋ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਦੋਂ ਦੁੱਖ ਭੰਜਨੀ ਬੇਰੀ ਥੱਲੇ ਬਹਿੰਦੇ ਨੇ, ਸਾਰੇ ਕਾਰਜ ਕਰਾਉਂਦੇ ਨੇ। ਕਦੀ ਕਦੀ ਉੱਥੇ ਕੀਰਤਨ ਵੀ ਹੁੰਦਾ ਹੈ। ਕਈਆਂ ਨੇ ਲਿਖਿਆ ਜੇ ਹਰਿਮੰਦਰ ਸਾਹਿਬ ਨਹੀਂ ਸੀ ਬਣਿਆ, ਵਿੱਚ ਵਿੱਚ ਵੀ ਕੀਰਤਨ ਉਸ ਥੜੇ ਤੇ ਵੀ ਹੁੰਦਾ ਰਿਹਾ। ਗੁਰੂ ਅਰਜਨ ਦੇਵ ਜੀ ਖੁਦ ਬਹਿੰਦੇ ਰਹੇ ਨੇ, ਕੱਲਾ ਥੜਾ ਸੀ ਪਹਿਲਾਂ, ਇਮਾਰਤ ਨਹੀਂ ਸੀ। ਉੱਥੇ ਤੁਰਦਿਆਂ ਤੁਰਦਿਆਂ ਦੂਜਾ ਕਾਰਨ ਸ਼ਹਾਦਤ ਕਿਉਂ ਹੋਈ। ਤੁਰਦਿਆਂ ਤੁਰਦਿਆਂ ਇੱਕ ਦਿਨ ਸਤਿਗੁਰੂ ਆ ਰਹੇ ਨੇ ਤੇ ਰਬਾਬੀ ਕੀਰਤਨ ਕਰ ਰਹੇ ਸਨ। ਉਹਨਾਂ ਨੇ ਇੱਕ ਸ਼ਬਦ ਗਾਇਆ, ਉਹ ਜਿਹੜਾ ਸ਼ਬਦ ਸੀ, ਨਾਲ ਭਾਈ ਗੁਰਦਾਸ ਜੀ ਆ ਰਹੇ ਸਨ, ਉਹ ਸ਼ਬਦ ਸੀ ਮਿਹਰਬਾਨ ਦਾ ਉਚਾਰਨ ਕੀਤਾ ਹੋਇਆ ਪ੍ਰਿਥੀ ਚੰਦ ਦੇ ਲੜਕੇ, ਕਿਉਂਕਿ ਉਹਨੇ ਵੀ ਪਿੱਛੇ ਨਾਨਕ ਸ਼ਬਦ ਲਾ ਕੇ ਬਹੁਤ ਸਾਰੀ ਬਾਣੀ ਬਣਾਈ ਸੀ, ਜਾਲੀ ਬਾਣੀ ਸੀ ਜਿਹੜੀ ਆਪਣੇ ਵੱਲੋਂ ਰਚੀ ਗਈ ਸੀ। ਜਦੋਂ ਸ਼ਬਦ ਗਾਇਆ ਤੇ ਇੰਜ ਲੱਗਾ ਬਈ ਸ਼ਬਦ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੁੰਦਾ। ਅਜੇ ਵੀ ਤੁਸੀਂ ਵੇਖੋਗੇ ਕਈ ਸ਼ਬਦ ਐਸੇ ਪ੍ਰਚਲਿਤ ਨੇ ਜਿਹੜੇ ਗੁਰਬਾਣੀ ਦੇ ਨਹੀਂ, ਗੁਰਬਾਣੀ ਤੋਂ ਬਾਹਰ ਨੇ, ਪਰ ਲੱਗਦੇ ਇਸ ਤਰ੍ਹਾਂ ਨੇ ਗੁਰਬਾਣੀ ਦੇ। ਉਹ ਸ਼ਬਦ ਮਿਹਰਬਾਨ ਦੇ ਬਣਾਏ ਹੋਏ ਨੇ, ਬਾਹਰੋਂ ਰਲਾਏ ਹੋਏ। ਜਦੋਂ ਉੱਥੇ ਗੁਰੂ ਅਰਜਨ ਦੇਵ ਜੀ ਜਾ ਰਹੇ ਸਨ ਤੇ ਰਾਗੀਆਂ ਦਾ ਸ਼ਬਦ ਸੁਣਿਆ ਤੇ ਭਾਈ ਗੁਰਦਾਸ ਜੀ ਨੂੰ ਇੱਕ ਬਚਨ ਕਿਹਾ, ਬੜੇ ਸੁਚੇਤ ਹੋ ਗਏ, ਚੇਤਨ ਹੋ ਗਏ। ਕਹਿਣ ਲੱਗੇ ਭਾਈ ਗੁਰਦਾਸ ਜੀ, ਇਹ ਸ਼ਬਦ ਕਿਹਦਾ ਜਿਹੜਾ ਰਾਗੀਆਂ ਨੇ ਪੜਿਆ? ਗੁਰਬਾਣੀ ਦਾ ਤੇ ਨਹੀਂ। ਪਤਾ ਕੀਤਾ ਹੈ ਤੇ ਮਿਹਰਬਾਨ ਦਾ ਸ਼ਬਦ ਹੈ, ਪ੍ਰਿਥੀ ਚੰਦ ਦੇ ਲੜਕੇ ਦਾ, ਗੁਰੂ ਅਰਜਨ ਦੇਵ ਜੀ ਦੇ ਭਤੀਜੇ ਦਾ। ਸਤਿਗੁਰੂ ਖੜੇ ਹੋ ਗਏ, ਕਹਿਣ ਲੱਗੇ ਭਾਈ ਗੁਰਦਾਸ ਜੀ, ਮੇਣੇ ਪਾਉਣ ਲੱਗੇ ਨਹੀਂ ਰਲਾ। ਮੇਣੇ ਕਹਿੰਦੇ ਸਨ ਇਹਨਾਂ ਨੂੰ, ਪ੍ਰਿਥੀ ਚੰਦ ਦੇ ਜਿੰਨੇ ਨਾਲ ਤੁਰਨ ਵਾਲੇ ਸਨ ਉਹਨਾਂ ਨੂੰ ਮੇਣੇ ਕਹਿੰਦੇ। ਕੱਲਾ ਨਹੀਂ ਸੀ ਪ੍ਰਿਥੀ ਚੰਦ, ਬੜਾ ਟੋਲਾ ਸੀ ਬਹੁਤ ਵੱਡਾ। ਮੇਣੇ ਪਾਉਣ ਲੱਗੇ ਨਹੀਂ ਰਲਾ, ਗੁਰੂ ਕੀ ਬਾਣੀ ਅਲੱਗ ਕਰਕੇ ਲਿਖੀਏ। ਉਸ ਵੇਲੇ ਇਹ ਸਲਾਹ ਹੋ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੱਖਰਾ ਸੰਪਾਦਨ ਕੀਤਾ ਜਾਏ। ਦੂਜਾ ਕਾਰਨ ਸ਼ਹਾਦਤ ਦਾ ਆਪ ਜੀ ਨੇ ਖਿਆਲ ਵਿੱਚ ਰੱਖਣਾ। ਤੀਜੇ ਤੇ ਆਪਾਂ ਪਹੁੰਚ ਗਏ ਹਾਂ। 10-12 ਕਾਰਨ ਨੇ। ਪਹਿਲਾ ਸੀ ਸਰਵਰੀਏ ਸਿੱਖ ਬਣੇ, ਦੂਜਾ ਸੀ ਗੁਰੂ ਕੇ ਸਵਾਰਿਓ ਹਰਿਮੰਦਰ ਸਾਹਿਬ ਦੀ ਉਸਾਰੀ, ਤੇ ਹੁਣ ਸਭ ਤੋਂ ਵੱਡਾ ਕਾਰਨ ਇਹ ਹੈ ਦਰਬਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ, ਗ੍ਰੰਥ ਦੇ ਦਿੱਤੇ। ਇਹਦੇ ਤੋਂ ਉਸ ਵੇਲੇ ਦੀ ਸਰਕਾਰ ਘਬਰਾ ਗਈ ਸੀ। ਮੈਂ ਬੇਨਤੀ ਕਰਾਂ, ਸਾਨੂੰ ਉਹਨਾਂ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਕੀ ਨੇ ਜਿੰਨਾ ਸਰਕਾਰਾਂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਪਤਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ, ਉਦੋਂ ਤੋਂ ਲੈ ਕੇ ਪਤਾ ਅੱਜ ਤੱਕ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੰਨੀਆਂ ਨਿਰੋਲ ਤੇ ਤੰਦਰੁਸਤ ਤੇ ਜ਼ਬਰਦਸਤ ਵਿਚਾਰਾਂ ਨੇ, ਧਾਰਨਾਵਾਂ ਨੇ, ਜਿਹੜੀਆਂ ਬੰਦੇ ਦੇ ਮਨ ਵਿੱਚ ਸੱਚਾਈ ਨੂੰ ਉਜਾਗਰ ਕਰਦੀਆਂ ਨੇ ਤੇ ਬਗਾਵਤੀ ਕਰਦੀਆਂ ਨੇ, ਸ਼ਕਤੀ ਦਿੰਦੀਆਂ ਨੇ, ਝੂਠ ਦੇ ਖਿਲਾਫ ਖੜਾ ਕਰਦੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੰਨਾ ਸੱਚ ਹੈ। ਤੇ ਜਦੋਂ ਵੀ ਕਿਸੇ ਨੇ ਰਾਜ ਕਰਨਾ ਹੁੰਦਾ ਹੈ, ਉਹ ਆਮ ਬੰਦੇ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਰੱਖਦਾ, ਤਾਂ ਰਾਜ ਹੁੰਦਾ ਹੀ ਤਾਂ, ਹੋਰ ਕੋਈ ਤਰੀਕਾ ਨਹੀਂ। ਤਾਂ ਮੈਂ ਬੇਨਤੀ ਕਰਾਂ, ਜਿੰਨਾ ਉਸ ਵੇਲੇ ਦੇ ਸਰਕਾਰੀ ਸਕਾਲਰ ਸਨ, ਜਿਹੜੇ ਸਰਕਾਰ ਦੇ ਬੜੇ ਬੜੇ ਮਹਿਕਮੇ ਹੁੰਦੇ ਨੇ, ਜਿਹੜੇ ਕਹਿੰਦੇ ਰਹਿੰਦੇ ਨੇ ਖੋਜ ਕਰੋ ਸਾਰੇ ਧਰਮਾਂ ਦੀ, ਉਹ ਕੀ ਕਹਿ ਰਹੇ ਨੇ, ਸਾਡੇ ਬਾਰੇ ਕੀ ਬੋਲਦੇ ਨੇ। ਅੱਜ ਤੱਕ ਇਹ ਸਭ ਕੁਝ ਚੱਲਦਾ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਛਕਾ ਰਹੇ ਨੇ ਤੇ ਉੱਥੇ ਔਰੰਗਜ਼ੇਬ ਦਾ ਇੱਕ ਪੂਰਾ ਉਸ ਥਾਂ ਤੇ ਬੈਚ ਕੰਮ ਕਰ ਰਿਹਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਕੀ ਪੈ ਕਰਦੇ ਨੇ। ਅੱਜ ਤੱਕ ਇੱਥੇ ਤੁਸੀਂ ਗੁਰਦੁਆਰੇ ਵਿੱਚ ਕੁਝ ਵੀ ਕਰੋ, ਸਾਰਾ ਪਤਾ ਬਾਹਰ ਕੀ ਉਹਨਾਂ ਕੋਲ ਚਲਾ ਜਾ, ਡਿਊਟੀ ਹੈ ਸਾਰਾ ਕੁਝ। ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ,
ਇੰਨਾ ਜ਼ਬਰਦਸਤ ਸੱਚ ਸੀ ਜਿਹਦੇ ਤੋਂ ਸਰਕਾਰ ਘਬਰਾ ਗਈ ਵੀ ਇਹ ਤਾਂ ਇਕੱਠਾ ਹੋ ਗਿਆ, ਸੱਚ ਖਿਲਾਰ ਦਿੰਦੇ ਨਹੀਂ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ ਸੱਚ, ਉਹ ਆਪਾਂ ਅਗਲੇ 2 ਦਿਨਾਂ ਵਿੱਚ ਵਿਚਾਰਨਾ ਹੈ। ਕੀ ਕੀ ਲਿਖਿਆ ਹੋਇਆ, ਕਿਹੜੀ ਕ੍ਰਾਂਤੀ ਹੈ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ। ਤਾਂ ਹੀ ਤੇ ਅੰਗਰੇਜ਼ ਨੇ ਹਰਿਮੰਦਰ ਸਾਹਿਬ ਵਿੱਚ ਹੁੰਦੀ ਕਥਾ ਬੰਦ ਕਰਾ ਦਿੱਤੀ ਸੀ। ਆਪ ਜੀ ਨੂੰ ਪਤਾ ਹੋਵੇ, ਹਰਿਮੰਦਰ ਸਾਹਿਬ ਦੇ ਵਿੱਚ ਕਥਾ ਹੁੰਦੀ ਸੀ ਪਹਿਲਾਂ, ਮੰਜੀ ਸਾਹਿਬ ਤੇ ਬਾਅਦ ਵਿੱਚ ਚੱਲੀ। ਉਹਨਾਂ ਨੇ ਪ੍ਰਚਲਿਤ ਕਰ ਦਿੱਤਾ ਵੀ ਹਰਿਮੰਦਰ ਸਾਹਿਬ ਵਿੱਚ ਗੱਲ ਨਹੀਂ ਹੋ ਸਕਦੀ, ਕੋਈ ਕਥਾ ਨਹੀਂ ਹੋ ਸਕਦੀ। ਸਰਕਾਰਾਂ ਦਾ ਤਰੀਕਾ ਹੁੰਦਾ, ਉਹਨਾਂ ਨੇ ਫੈਲਾ ਦਿੱਤਾ, ਵਿੱਚ 10 ਬੰਦੇ ਬਿਠਾ ਦਿੱਤੇ ਜੀ, ਇਹ ਬੜੀ ਵੱਡੀ ਕੁਰੈ ਤੇ ਬੰਦ ਕਰੋ, ਇੱਥੇ ਰੱਬ ਦੀ ਗੱਲ ਹੁੰਦੀ ਹੈ ਜੀ। ਤੇ ਕਥਾ ਵਿੱਚ ਰੱਬ ਦੀ ਗੱਲ ਨਹੀਂ ਹੁੰਦੀ, ਹੋਰ ਕਾਹਦੀ ਹੁੰਦੀ ਹੈ, ਹੋਰ ਉਹਦੇ ਵਿੱਚ ਕੀ ਸੁਣਾਇਆ ਜਾਂਦਾ। ਪਰ ਉਹਨਾਂ ਨੇ ਕਥਾ ਬੰਦ ਕਰਾਈ ਹਰਿਮੰਦਰ ਸਾਹਿਬ ਵਿੱਚ, ਅੰਗਰੇਜ਼ ਨੇ ਸਭ ਤੋਂ ਪਹਿਲਾਂ, ਕਿਉਂਕਿ ਉਹਦਾ ਮਨਸੂਬਾ ਸੀ ਕਿ ਹਰਿਮੰਦਰ ਸਾਹਿਬ ਨੂੰ ਚਰਚ ਵਿੱਚ ਬਦਲ ਦਿੱਤਾ ਜਾਏ। ਮੈਂ ਬੇਨਤੀ ਕਰਾਂ, ਦੋਵੇਂ ਵੱਡੇ ਕਾਰਨ ਸਨ ਸ਼ਹਾਦਤਾਂ ਦੇ ਦੌਰ ਸ਼ੁਰੂ ਹੋਣ ਦੇ, ਕਿਉਂਕਿ ਅੰਗਰੇਜ਼ ਨੂੰ ਵੀ ਪਤਾ ਲੱਗਾ ਸੀ ਕਿ 2 ਚੀਜ਼ਾਂ ਜੇ ਤੁਸੀਂ ਖੋਲੋ ਇਹਨਾਂ ਤੋਂ, ਹਰਿਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਨੂੰ ਵਿਭਾਜਨ ਕਰ ਦਿਓ, ਵੱਖਰਾ ਕਰ ਦਿਓ, ਸਿੱਖ ਕੌਮ ਖਤਮ ਹੋ ਜਾਏਗੀ, ਇਹਨਾਂ ਦੀ ਸ਼ਕਤੀ ਗਵਾਚ ਜਾਏਗੀ। ਤਾਂ ਹੀ ਇੰਨਾ ਜ਼ੋਰ ਲੱਗਦਾ ਇਸ ਥਾਂ ਦੇ ਉੱਤੇ ਸਾਰਿਆਂ ਦਾ ਖੋਣ ਵਾਸਤੇ। ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਸਚਾਈ ਸੀ, ਉਹਦੇ ਕਾਰਨ ਸ਼ਹਾਦਤ ਹੋਈ। ਔਰ ਇਹਦੇ ਕਾਰਨ ਸਪਸ਼ਟ ਨੇ, ਕਿਉਂਕਿ ਪ੍ਰਕਾਸ਼ ਹੋਇਆ ਸੀ 1604 ਈਸਵੀ ਵਿੱਚ, ਤੇ ਠੀਕ 2 ਸਾਲ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ। 2 ਸਾਲ ਬਾਅਦ ਸ਼ਹੀਦ ਕਰ ਦਿੱਤਾ ਉਹਨਾਂ। ਮੇਰੀ ਸਮਝੇ 90% ਇਹ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ। ਇਕੱਲੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਨਹੀਂ, ਜਿੰਨੀਆਂ ਸ਼ਹਾਦਤਾਂ ਅੱਗੇ ਹੋਈਆਂ ਨੇ ਤੇ ਅੱਜ ਤੱਕ ਹੋ ਰਹੀਆਂ ਨੇ, ਜ਼ੋਰ ਇਹਦੇ ਤੇ ਚੱਲਦਾ ਵੀ ਗੁਰੂ ਗ੍ਰੰਥ ਸਾਹਿਬ ਵਿਚਲਾ ਸੱਚ ਵੱਖਰਾ ਕਰ ਦਿੱਤਾ ਜਾਏ। ਹੋਰ ਕੋਈ ਤਰੀਕਾ ਨਾ ਲੱਭੇ ਤੇ ਉਹ ਸਾਡੇ ਵਿੱਚ ਹੀ ਸੱਜਣ ਵਾੜ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੀ ਵਿਗਾੜ ਦਿਓ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿੰਦੀਆਂ ਹੀ ਲਾ ਦਿਓ, ਕੁਝ ਤਾਂ ਬਦਲੇ। ਬੜਾ ਜ਼ੋਰ ਲੱਗਦਾ ਹੈ, ਬੜੀ ਤਾਕਤ ਲੱਗਦੀ ਇਸ ਵੱਡੀ ਸ਼ਕਤੀ ਨੂੰ ਖਿਲਾਰਨ ਵਾਸਤੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਰਕੇ ਹੀ ਗੁਰੂ ਅਰਜਨ ਦੇਵ ਜੀ ਨੇ ਫੈਸਲਾ ਕਰ ਲਿਆ, ਸਾਰੇ ਸਿੱਖਾਂ ਨੂੰ ਹੁਕਮਨਾਮੇ ਭੇਜੇ, ਬਾਣੀ ਇਕੱਤਰ ਕਰਨ ਲੱਗ ਪਏ। ਜਿਹਦੇ ਜਿਹਦੇ ਕੋਲ ਗੁਰੂ ਕੀ ਬਾਣੀ ਲੈ ਕੇ ਆਓ, ਦੂਰੋਂ ਦੂਰੋਂ ਸਿੱਖ ਲੈ ਕੇ ਆਉਣ ਲੱਗ ਪਏ। ਕਿਉਂਕਿ ਗੁਰੂ ਨਾਨਕ ਦੇਵ ਜੀ ਜਿੱਥੇ ਜਿੱਥੇ ਜਾਂਦੇ ਸਨ, ਕਈ ਸਿੱਖ ਉੱਥੇ ਬਾਣੀ ਦੇ ਉਤਾਰੇ ਕਰ ਲੈਂਦੇ ਸਨ, ਉੱਥੇ ਲਿਖਦੇ ਸਨ। ਤਾਂ ਲਿਖ ਕੇ ਸਤਿਗੁਰਾਂ ਨੇ ਹੁਕਮਨਾਮੇ ਭੇਜ ਦਿੱਤੇ। ਹੁਕਮਨਾਮੇ ਭੇਜੇ ਤੇ ਗੁਰੂ ਕੇ ਸਵਾਰਿਓ ਦੂਰੋਂ ਦੂਰੋਂ ਬਾਣੀ ਇਕੱਤਰ ਹੋਣ ਲੱਗ ਪਈ। ਬਾਬਾ ਮੋਹਨ ਜੀ ਕੋਲ ਵੀ ਕੁਝ ਪੋਥੀਆਂ ਸਨ। ਮੇਰੀ ਸਮਝ ਵਿੱਚ ਇਹ ਕਹਿਣਾ ਕਿ ਉਹ ਪੋਥੀਆਂ ਨਹੀਂ ਸਨ ਦਿੰਦੇ, ਜੱਚਦਾ ਨਹੀਂ। ਕਿਉਂਕਿ ਉਦੋਂ ਪਿਛਲਾ ਇਤਿਹਾਸ ਪੜ੍ਹੀਏ ਤੇ ਜਿੰਨੇ ਸਮਾਗਮ ਹੋਏ ਨੇ, ਤੁਸੀਂ ਪਰਸੋਂ ਸੁਣਿਆ ਗੁਰੂ ਰਾਮਦਾਸ ਜੀ ਨੇ ਚੜ੍ਹਾਈ ਕੀਤੀ, ਬਾਬਾ ਮੋਹਨ ਜੀ ਵਿੱਚ ਸਨ, ਉਹਦੇ ਸਹਿਯੋਗੀ ਸਨ ਗੁਰੂ ਅਰਜਨ ਦੇਵ ਜੀ ਦੇ। ਪ੍ਰਿਥੀ ਚੰਦ ਨੂੰ ਸਮਝਾਉਣ ਵਿੱਚ ਵੀ ਉਹਨਾਂ ਦਾ ਪੂਰਾ ਹਿੱਸਾ ਸੀ। ਕਿਉਂ ਨਾ ਦਿੰਦੇ ਪੋਥੀਆਂ ਗੁਰੂ ਅਰਜਨ ਦੇਵ ਜੀ? ਉਹਨਾਂ ਕੋਲ ਕੁਝ ਪੋਥੀਆਂ ਸਨ, ਠੀਕ ਹੈ, ਦੂਜੇ ਥਾਵਾਂ ਤੋਂ ਲੈ ਆਂਦੀਆਂ ਗੁਰਸਿੱਖਾਂ ਨੇ ਆਪ। ਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਾ ਵੀ ਗੋਇੰਦਵਾਲ ਸਾਹਿਬ ਜ਼ਿਆਦਾ ਬਾਣੀ ਪਈ, ਤੇ ਸਤਿਕਾਰ ਵਜੋਂ ਆਪ ਚਲੇ ਗਏ, ਆਪ ਜਾ ਕੇ ਲੈ ਕੇ ਆਏ ਬਾਬਾ ਮੋਹਨ ਜੀ ਤੋਂ। ਹੋਰ ਇਹ ਜਿਹੜੇ ਸ਼ਬਦ ਨੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਇਹ ਜਿਹੜੇ ਸ਼ਬਦ ਨੇ ਇਹ ਰੱਬ ਨਾਲ ਸੰਬੰਧਿਤ ਨੇ। ਸਤਿਕਾਰ ਜ਼ਰੂਰ ਕੀਤਾ ਉਹਨਾਂ ਨੇ ਬਾਬਾ ਮੋਹਨ ਜੀ ਦਾ। ਇਸ ਤਰ੍ਹਾਂ ਸਾਰੀ ਬਾਣੀ ਇੱਕ ਥਾਂ ਤੇ ਇਕਾਗਰ ਕਰ ਲਈ, ਇਕੱਠੀ ਕਰ ਲਈ। ਗੁਰੂ ਅਰਜਨ ਦੇਵ ਜੀ ਦੀ ਆਪਣੀ ਵੀ ਬੇਅੰਤ ਬਾਣੀ ਸੀ, ਭਗਤਾਂ ਦੀ ਬਾਣੀ ਵੀ ਇਕੱਠੀ ਕਰ ਲਈ, ਭੱਟਾਂ ਦੀ ਬਾਣੀ ਵੀ ਇਕੱਠੀ ਕਰ ਲਈ, ਔਰ ਕਈਆਂ ਨੂੰ ਸੰਦੇਸ਼ ਵੀ ਭੇਜੇ ਗਏ ਵੀ ਬਾਣੀ ਲੈ ਕੇ ਆਓ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਤਿਆਰੀ ਕਰ ਲਈ। ਸੇਵਾ ਚੱਲਦੀ ਸੀ, ਸੰਗਤ ਬਹੁਤ ਆਉਂਦੀ ਸੀ। ਤੇ ਮੈਂ ਪਹਿਲਾਂ ਵੀ ਇੱਕ ਦਿਨ ਸ਼ਾਇਦ ਸੁਣਾਇਆ ਹੋਵੇਗਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਾਣ ਲੱਗਿਆਂ ਵੇਖਿਆ
ਇਸ ਸੰਪਾਦਨ ਕਰਨ ਤੇ ਟਾਈਮ ਲੱਗੇਗਾ, ਲਗਾਤਾਰ 2 ਸਾਲ ਲੱਗ ਸਕਦੇ, ਦਿਨ ਰਾਤ। ਔਰ ਵਿਦਿਆ ਇੱਕ ਇਸ ਤਰ੍ਹਾਂ ਦਾ ਮਸਲਾ ਹੈ, ਜਿਸ ਬੰਦੇ ਨੇ ਵਿਦਿਆ ਦਾ ਕੰਮ ਕਰਨਾ ਹੈ ਉਹਨੂੰ ਹੋਰ ਕੰਮ ਨਹੀਂ ਹੋਣਾ ਚਾਹੀਦਾ। ਖਿਆਲ ਰੱਖੋ, ਵਿਦਿਆ ਇੱਕ ਐਸੀ ਗਹਿਣ ਮਾਮਲਾ ਜ਼ਿੰਦਗੀ ਦਾ, ਜੇ ਕੋਈ ਆਦਮੀ ਵਿਦਿਆ ਬਾਰੇ ਕੰਮ ਕਰਦਾ ਹੈ ਉਹ ਦੂਜਾ ਕੰਮ ਕਰੇਗਾ, ਵਿਦਿਆ ਵਿੱਚ ਰਹਿ ਜਾਏਗੀ। ਖਿਆਲ ਰੱਖਣਾ, ਉਹ ਅਟਕ ਜਾਏਗੀ। ਭਾਈ ਗੁਰਦਾਸ ਜੀ ਵੱਲ ਵੇਖੋ, ਵਿਦਵਾਨ ਸਨ, ਵਿਦਵਾਨ ਹੋਣ ਕਰਕੇ ਉਹਨਾਂ ਨੂੰ ਇੰਨਾ ਵੀ ਟਾਈਮ ਨਹੀਂ ਲੱਗਾ ਕਿ ਗ੍ਰਸਤੀ ਵੀ ਹੋ ਜਾਣ। ਗ੍ਰਸਤੀ ਨਹੀਂ ਹੋਈ, ਕਿੰਨੇ ਬਿਜੀ ਹੋਣਗੇ, ਕਿੰਨੇ ਵਿਅਸਤ ਹੋਣਗੇ ਉਹ। ਇਸ ਕਰਕੇ ਵਿਦਿਆ ਦਾ ਕੰਮ ਕਰਨਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਿਦਿਆ ਦਾ ਕੰਮ ਕਰਨਾ ਸੀ। ਸਲਾਹ ਹੋ ਗਈ, ਰਾਮਸਰ ਸਾਹਿਬ ਦਾ ਟਿਕਾਣਾ ਜਿਹੜਾ ਸੀ ਚੁਣ ਲਿਆ ਗਿਆ, ਜਿੱਥੇ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਉਚਾਰੀ ਸੀ ਬਾਣੀ। ਲਿਖਾਰੀ ਆ ਗਏ, ਕਲਮਾਂ ਵਾਲੇ ਆ ਗਏ, ਕਾਗਜ਼ ਮੰਗਾ ਲੈ ਗਏ। ਇਹ ਥਾਂ ਬੜਾ ਰਮਣੀਕ ਸੀ, ਬੇਰੀਆਂ ਬੜੀਆਂ ਸਨ। ਉਸ ਥਾਂ ਤੇ ਸ਼ਮਿਆਨੇ ਲੱਗ ਗਏ, ਤੰਬੂ ਲੱਗ ਗਏ, ਤਿਆਰੀ ਕਰ ਲਈ ਗਈ। ਸਭ ਪਾਸੇ ਸਾਰੀਆਂ ਪੋਥੀਆਂ ਜਿੰਨੀਆਂ ਸਨ, ਜਿੱਥੇ 68 ਤੀਰਥ ਅਸਥਾਨ ਹੈ, ਇੱਥੇ ਇੱਕ ਥਾਂ ਤੇ ਖਾਸੇ ਦੇ ਵਿੱਚ ਅਸਵਾਰ ਕੀਤੀਆਂ। ਖਾਸੇ ਦੇ ਅਰਥ ਨੇ ਜਿਹਦੇ ਉੱਤੇ ਚੜ੍ਹ ਕੇ 4 ਬੰਦੇ ਵੱਡੇ ਆਦਮੀ ਸਫ਼ਰ ਕਰਦੇ ਸਨ, ਉਹਦੇ ਤੇ ਰੱਖ ਕੇ ਸੁੰਦਰ ਰੁਮਾਲਿਆਂ ਵਿੱਚ ਸਾਰੀਆਂ ਪੋਥੀਆਂ। ਤੇ ਜਦੋਂ ਤੁਰਨ ਲੱਗੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ। ਸਿੱਖੀ ਦੇ ਥੰਮ ਸਨ। ਕਹਿਣ ਲੱਗੇ, ਬਾਬਾ ਬੁੱਢਾ ਜੀ, ਤੁਸੀਂ ਬਹੁਤ ਸਿਆਣੇ ਹੋ, ਅੱਜ ਤੁਹਾਨੂੰ ਇੱਕ ਕਾਰਜ ਸੌਂਪਣਾ ਹੈ। ਮਹਾਰਾਜ, ਕਿਹੜਾ ਕਾਰਜ? ਕਹਿਣ ਲੱਗੇ, ਸਾਨੂੰ ਉਧਰ ਕੰਮ ਹੈ ਤੇ ਟਾਈਮ ਲੱਗਣਾ, ਮੈਂ ਨਾ ਸੰਗਤ ਨੂੰ ਮਿਲ ਸਕਣਾ ਤੇ ਨਾ ਮੈਂ ਪ੍ਰਬੰਧ ਵੇਖ ਸਕਦਾ। ਜਿੰਨਾ ਚਿਰ ਅਸੀਂ ਉਹ ਕਾਰਜ ਸੰਪਾਦਨ ਦਾ ਨਿਬੇੜੀਏ ਨਾ, ਉਹਨਾਂ ਚਿਰ ਮੇਰੇ ਵਾਲਾ ਕੰਮ ਤੁਸੀਂ ਕਰਨਾ ਹੈ। ਕਿੰਨੀ ਵੱਡੀ ਉਪਾਧੀ ਦਿੱਤੀ, ਗੁਰੂ ਵਾਲਾ ਕੰਮ ਸਿੱਖ ਨੂੰ ਦੇ ਦਿੱਤਾ, ਤੁਸੀਂ ਕਰਨਾ ਹੈ। ਮੈਂ ਪਿੱਛੇ ਬੇਨਤੀ ਕੀਤੀ ਹੈ, ਕਿੰਨਾ ਮਹਾਨ ਸਿੱਖ ਸੀ ਜਿਹਨੂੰ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕਰ ਦਿੱਤਾ ਸੀ ਵੀ ਤੂੰ ਗੁਰੂ ਵਾਲਾ ਕੰਮ ਕਰਨਾ ਹੈ। ਪਰ ਉਹਨਾਂ ਨੇ 5 ਪਾਤਸ਼ਾਹੀਆਂ ਤੱਕ ਗੁਰੂ ਪਦਵੀ ਤੇ ਬਿਠਾਉਣ ਦਾ ਕੰਮ ਕੀਤਾ। ਮਨ ਵਿੱਚ ਕਦੀ ਲਾਲਸਾ ਨਹੀਂ ਆਈ ਮੈਂ ਗੁਰੂ ਬਣਾ, ਮੈਂ ਗੁਰੂ। ਕਿੰਨਾ ਨਿਸ਼ਕਾਮ ਗੁਰਸਿੱਖ ਹੋਵੇਗਾ। ਨਹੀਂ ਤੇ ਅੱਜ ਕੱਲ ਤੁਸੀਂ ਇੱਕ ਆਮ ਤੁਰ ਦੇ ਬੰਦੇ ਨੂੰ ਕਹਿ ਦਿਓ ਵੀ ਤੂੰ ਬੜਾ ਮਹਾਨ ਹੈ, ਤੇਰੇ ਵਰਗਾ ਦੂਜਾ ਨਹੀਂ। ਭਾਵੇਂ ਉਹਦੇ ਕੋਲ ਕੱਖ ਨਾ ਹੋਵੇ ਸਾਧ ਸੰਗਤ, ਉਹਦੀ ਵੇਖੋ ਤੋਰ, ਉਹਨੂੰ ਕਹੋ ਥੋੜਾ ਜਿਹਾ ਤੁਰ ਕੇ ਦਿਖਾਈ, ਚਾਲ ਬਦਲ ਜਾਏਗੀ ਉਹਦੀ। ਪਹਿਲਾਂ ਤੁਰਦਾ ਹੋਵੇ ਹੋਰ ਤਰ੍ਹਾਂ ਤੁਰੇਗਾ। ਜਦੋਂ ਤੁਸੀਂ ਕਹਿ ਦਿਓ ਨਹੀਂ ਤੁਹਾਡੀ ਤੇ ਗੱਲ ਬੜੀ ਚੱਲ ਰਹੀ ਹੈ ਅੱਜ ਕੱਲ, ਸੁਣਿਆ ਨਹੀਂ ਤੁਸੀਂ, ਬਹੁਤ ਬਸ ਦਰਵਾਜ਼ਾ ਖੁੱਲ੍ਹਾ ਕਰਨਾ ਪੈਂਦਾ ਕਮਰੇ ਵਿੱਚੋਂ ਬਾਹਰ ਜਾਓ। ਇਹ ਤੇ ਸਨ ਸਾਗਰ ਗਹਿਰੇ। ਬਾਬਾ ਬੁੱਢਾ ਸਾਹਿਬ ਜੀ ਵੱਡੇ ਸਾਗਰ ਸਨ, ਜਿਹਦੇ ਵਿੱਚ ਵਡਿਆਈ ਦੇ ਨਿੰਦਿਆ ਦੇ ਢੇਰ ਪਾ ਦਿਓ, ਉੱਥੇ ਕੋਈ ਫਰਕ ਨਹੀਂ ਪੈਂਦਾ। ਨਾ ਪਾਣੀ ਚੜ੍ਹਦਾ ਹੈ, ਨਾ ਪਾਣੀ ਉਤਰਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਸੌਂਪਦੇ ਨੇ। ਉਹਨਾਂ ਇੱਕ ਬਚਨ ਕੀਤਾ, ਮਹਾਰਾਜ, ਇਸ ਸਿੱਖ ਦਾ ਸਰੀਰ ਸ਼ੁਰੂ ਤੋਂ ਗੁਰੂ ਦਾ ਹੈ, ਅੱਜ ਵੀ ਤੁਹਾਡਾ ਹੈ, ਤੁਸੀਂ ਵਰਤੋ। ਦਰਵਾਜ਼ੇ ਤੇ ਖੜੇ ਕਰਨਾ, ਦਰਵਾਜ਼ੇ ਤੇ ਖੜੇ ਕਰ ਦਿਓ। ਆਹ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਤੁਹਾਡੇ ਵਾਲਾ ਕੰਮ ਸੇਵਾਦਾਰੀ ਕਰਾਉਣੀ ਉਹ ਵੀ ਤੁਸਾਂ ਕਰਾਉਣੀ ਹੈ, ਪ੍ਰਬੰਧ ਕਰਾਉਣਾ ਉਹ ਵੀ ਤੁਸਾਂ ਕਰਾਉਣਾ ਹੈ। ਬੁੱਢੇ ਦਾ ਤੇ ਕੇਵਲ ਸਰੀਰ ਹੈ, ਵਰਤ ਲਓ ਇਸ ਨੂੰ ਜਿਵੇਂ ਵਰਤਣਾ, ਮੈਂ ਤਿਆਰ ਹਾਂ। ਇਹ ਸੇਵਾ ਸੌਂਪੀ। ਔਰ ਰਾਮਸਰ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੇ ਸਰਤਾਜ ਪਹੁੰਚੇ ਨੇ। ਉੱਥੇ ਵੀ ਕੁਝ ਕਾਰਨ ਬਣੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਲਿਖਾਉਂਦਿਆਂ 4 ਭਗਤ ਲਾਹੌਰ ਤੋਂ ਆਉਂਦੇ ਨੇ, ਸੰਪਾਦਨਾ ਹੁੰਦੀ ਹੈ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਫਿਰ ਵਿਚਾਰਾਂਗੇ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਔਰ ਪ੍ਰਿਥੀ ਚੰਦ ਵੱਲੋਂ ਕੀਤੇ ਹੋਏ 4 ਹਮਲੇ ਇਤਿਹਾਦਕ ਆਪਾਂ, ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਹੜੀ ਸਚਾਈ ਸੀ ਜਿਹਦੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਕੱਲ੍ਹ ਵਿਚਾਰਾਂਗੇ। ਸਾਰੇ ਕਰੋ ਕਿਰਪਾ,
ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਤਤ ਵਿਚਾਰ ਯਹ ਮਥੁਰਾ, ਤਤ ਵਿਚਾਰ ਯਹ ਮਥੁਰਾ। ਤਤ ਵਿਚਾਰ ਯਹ ਮਥੁਰਾ, ਤਤ ਵਿਚਾਰ ਯਹ ਮਥੁਰਾ। ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਜਗ ਤਾਰਨ ਕੋ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਰਿਆਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।